ਵਾਹਿਗੁਰੂ ਸਾਹਿਬ ਜੀਓ। ਦੁਗਦ ਦਧੀ ਕ੍ਰਿਤ ਅਰ ਮਿਸ਼ਟਾਨਾ, ਪਰਬਨ ਬਿਖੈ ਲਿਆਏ ਧਨ ਧਾਨਾ। ਤੇ ਟਿਗ ਅਰ ਪੈ ਬਿਨੈ ਬਖਾਨੈ, ਇਤਿਆਦਿਕ ਪ੍ਰਿਯ ਵਸਤੂ ਆਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਣ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਗੁਰੂ ਹਜ਼ੂਰੀ ਵਿੱਚ ਬੈਠ ਕੇ ਹਰਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ਼੍ਰੀਮਨ ਭਗਤ ਕਬੀਰ ਸਾਹਿਬ ਜੀ ਦੇ ਇਹ ਪਾਵਨ ਬਚਨ ਜੋ ਸੂਹੀ ਲਲਿਤ ਰਾਗ ਵਿੱਚ ਅੰਕਿਤ ਨੇ। ਦੇਹੀ ਕੋਟ ਪੰਚ ਸਿਕਦਾਰਾ, ਪੰਚੇ ਮੰਗੇ ਹਾਲਾ। ਜਿਮੀ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਨ ਦਿਖਾਲਾ। ਹਰ ਕੇ ਲੋਗਾ ਮੋਕੋ ਨੀਤ ਦੱਸੇ ਬਟਵਾਰੀ। ਬਾਬਾ ਕਬੀਰ ਸਾਹਿਬ ਜੀ ਇਸ ਪਾਵਨ ਮੁਖ ਵਾਕ ਅੰਦਰ ਸਾਡੇ ਸਰੀਰ ਅੰਦਰ ਜੋ ਪੰਜ ਵਿਕਾਰ ਬੈਠੇ ਨੇ, ਜੋ ਸਾਨੂੰ ਨਜਾਇਜ਼ ਤੰਗ ਕਰਦੇ ਨੇ, ਉਹਨਾਂ ਨੂੰ ਪਟਵਾਰੀ ਦੇ ਨਾਲ ਤੁਲਨਾ ਦਿੰਦੇ ਹੋਇਆਂ ਕਿ ਹਰ ਕੇ ਲੋਗਾ ਮੋਕੋ ਨੀਤ ਦੱਸੈ ਬਟਵਾਰੀ। ਇਹ ਨਿਤ ਮੈਨੂੰ ਤੰਗ ਕਰਦੇ ਨੇ। ਬਹੁ ਬਿਸ਼ਟਾਲਾ ਲਈ, ਬਿਸ਼ਟਾਲਾ ਦਾ ਅਰਥ ਹੈ ਕਿ ਗੰਦਗੀ ਵਾਲੀ ਕਮਾਈ, ਜਿਹਨੂੰ ਆਪਾਂ ਵੱਡੀ ਕਹਿੰਦੇ ਹਾਂ। ਇਹਦਾ ਮਤਲਬ ਕਿ ਪਟਵਾਰੀ ਪਹਿਲਾਂ ਤੋਂ ਵੱਡੀ ਖੋਰ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਬਹੁਤ ਮੇਰੇ ਪਾਸੋਂ ਇਹ ਵੱਡੀ ਮੰਗਦੇ ਨੇ। ਮੈਂ ਕੋਈ ਇਹਨਾਂ ਦੀ ਜ਼ਮੀਨ ਨਹੀਂ ਬੋਈ। ਮੈਂ ਜਦੋਂ ਪਰਮਾਤਮਾ ਦਾ ਗੁਰੂ ਦਾ ਆਸਰਾ ਲਿਆ, ਮੇਰੇ ਕੋਲੋਂ ਡਰਨ ਲੱਗ ਪਏ, ਕਿਉਂਕਿ ਜ਼ਮੀਨ ਨਾ ਹੀ ਮੈਂ ਕਿਸੇ ਕੀ ਬੋਈ, ਐਸਾ ਦੇਨ ਦਿਖਾਲਾ। ਮੈਂ ਕਿਸੇ ਦਾ ਕੋਈ ਮੁਤਾਜ ਨਹੀਂ ਹਾਂ, ਜਾਂ ਕਿਸੇ ਦਾ ਕੋਈ ਮੈਂ ਕਰਜ਼ਾ ਨਹੀਂ ਦੇਣਾ ਜਿਹੜਾ ਬਿਨਾਂ ਕਾਰਨ ਮੈਨੂੰ ਤੰਗ ਕਰੇ। ਕਹਿਣ ਲੱਗੇ ਇਹ ਅਵਸਥਾ ਮੇਰੀ ਕਿੱਥੋਂ ਬਣੀ ਹੈ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਬਵੇਕੋ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਉਹ ਰੱਬੀ ਪਿਆਰੇ ਦੀ ਮਤ ਕੋਈ ਨਿੰਦਾ ਕਰੋ। ਸੰਤ ਦਾ ਅਰਥ ਹੈ ਜੋ ਵਾਹਿਗੁਰੂ ਜੀ ਦੇ ਵਿੱਚ ਲਿਵਲੀਨ ਰੱਬ ਦੇ ਪਿਆਰੇ ਨੇ। ਕਹਿਣ ਲੱਗੇ ਮੈਨੂੰ ਤੇ ਇਸ ਗੁਰੂ ਸੰਤ ਮਿਲ ਗਿਆ ਜੋ ਗਿਆਨ ਸਰੂਪ ਹੈ, ਵਿਵੇਕ ਦਾ ਰੂਪ ਹੈ। ਜੋ ਉਸ ਗੁਰੂ ਨੇ ਮੈਨੂੰ ਸੋਝੀ ਦੇ ਦਿੱਤੀ ਤੇ ਉਹਦੀ ਕਿਰਪਾ ਸਦਕਾ ਮੈਂ ਇਹਨਾਂ ਤੋਂ ਉਭਰ ਗਿਆ, ਇਹਨਾਂ ਤੋਂ ਬਚ ਗਿਆ। ਇਹ ਮੇਰੇ ਤੇ ਹੁਣ ਰੋਹਬ ਨਹੀਂ ਪਾ ਸਕਦੇ। ਧਰਮਰਾਜ ਦਾ ਵੀ ਲੇਖਾ ਖਤਮ ਹੋ ਗਿਆ ਹੈ। ਜਿਸ ਜਮਰਾਜ ਦੀ, ਜਿਸ ਧਰਮਰਾਜ ਦਾ ਲੋਕੀ ਡਰਾਵਾ ਦਿੰਦੇ ਨੇ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ। ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਰਦਗਾਰ। ਜਿਸ ਪਰਮਾਤਮਾ ਨੇ ਇਸ ਜਮੂਏ ਨੂੰ ਬਣਾਇਆ ਹੈ ਨਾ, ਮਾਮੂਲੀ ਜੇ ਜਮ ਨੂੰ, ਮੈਂ ਤੇ ਉਸ ਪਰਮਾਤਮਾ ਦੇ ਪਿਆਰ 'ਚ ਹੀ ਜੁੜ ਗਿਆ। ਇਹ ਮੈਨੂੰ ਹੁਣ ਤੰਗ ਨਹੀਂ ਕਰ ਸਕਦੇ। ਸਤ ਸੰਗਤ ਦੀ ਜਾਂ ਗੁਰੂ ਦੀ ਬਖਸ਼ਿਸ਼ ਦੀ ਕੀ ਵਡਿਆਈ ਹੈ। ਬਾਬਾ ਕਬੀਰ ਸਾਹਿਬ ਜੀ ਇਸ ਮੁਖ ਵਾਕ ਰਾਹੀਂ ਸਾਨੂੰ ਦਰਸਾ ਰਹੇ ਨੇ। ਜੇ ਆਪਾਂ ਗੁਰੂ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਗਏ, ਸਤ ਸੰਗਤ ਤੋਂ ਵਾਂਝੇ ਰਹਿ ਗਏ, ਇਹ ਵਿਕਾਰ ਸਹਿਜੇ ਹੀ ਮਨੁੱਖ ਦੇ ਉੱਪਰ ਭਾਰੂ ਹੋ ਜਾਂਦੇ ਨੇ। ਇਹਨਾਂ ਤੋਂ ਉੱਚੇ ਉੱਠਣ ਦਾ ਇੱਕੋ ਇੱਕ ਤਰੀਕਾ ਜੋ ਸਤਿਗੁਰੂ ਜੀ ਨੇ ਦਿੱਤਾ ਉਹ ਹੈ ਸਤ ਸੰਗਤ, ਉਹ ਹੈ ਗੁਰਬਾਣੀ ਦਾ ਓਟ ਆਸਰਾ। ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਉਹ ਖਿੜਕੀਆਂ ਬੰਦ ਕਰ ਦਿਓ, ਹਨੇਰੀ ਆ ਗਈ। ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਜੋ ਸਾਨੂੰ ਇਹ ਦਾਤ ਸਤਸੰਗ ਦੇ ਜੁੜ ਬੈਠਣ ਦੀ ਪ੍ਰਾਪਤ ਹੋਈ ਹੈ, ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ। ਆਓ ਆਪਾਂ ਗੁਰੂ ਪਿਆਰ ਵਿੱਚ ਜੁੜਦੇ ਹਾਂ। ਗੁਰੂ ਕੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਜੀਵਨ ਇਤਿਹਾਸ ਦੀ ਜੋ ਕਥਾ ਸਰਵਣ ਕਰਦੇ ਹਾਂ ਕਿ ਸਤਿਗੁਰੂ ਜੀ ਖੰਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਗੁਰਮਤਿ ਦਾ ਮਾਰਗ ਮਨੁੱਖਤਾ ਦੇ ਭਲੇ ਦਾ ਮਾਰਗ ਹੈ। ਗੁਰਮਤਿ ਦਾ ਮਾਰਗ ਇੱਕ ਆਦਰਸ਼ਕ ਮਨੁੱਖ ਦੀ ਸਿਰਜਣ ਹੈ। ਉਹ ਮਨੁੱਖ ਜੋ ਰੱਬੀ ਰਜਾ 'ਚ ਵਿਚਰ ਕੇ ਕੁਦਰਤ ਨਾਲ ਪਿਆਰ ਕਰਦਾ ਹੋਇਆ ਜ਼ਿੰਦਗੀ ਦਾ ਆਨੰਦ ਮਾਣੇ ਤੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰ ਸਕੇ। ਲੇਕਿਨ ਅਸੀਂ ਜਦੋਂ ਧਰਮ ਦੀ ਦੁਨੀਆ 'ਚ ਨਜ਼ਰ ਮਾਰਦੇ ਹਾਂ, ਕਿਉਂਕਿ ਹਰ ਮਨੁੱਖ ਜਿਹੜਾ ਨਾ ਜ਼ਿੰਦਗੀ ਦੇ ਅੰਦਰ ਸ਼ਾਰਟਕਟ ਚੱਲਣਾ ਚਾਹੁੰਦਾ ਹੈ। ਧਰਮ ਦੀ ਦੁਨੀਆ 'ਤੇ ਬਹੁਤ ਹੀ ਮਨੁੱਖ ਸ਼ਾਰਟਕਟ ਹੋਣਾ ਚਾਹੁੰਦਾ ਹੈ ਕਿ ਅੱਜ ਹੀ ਮੈਂ ਇੱਥੇ ਅਰਦਾਸ ਕਰਾਂ, ਮੇਰੀ ਮੰਗ ਪੂਰੀ ਹੋ ਜਾਏ। ਕਿਸੇ ਥਾਂ 'ਤੇ ਕੁਝ ਦਿਨ ਜਾਵਾਂ, ਕਿਸੇ ਥਾਂ 'ਤੇ ਮੱਥਾ ਟੇਕਾਂ ਤੇ ਮੈਨੂੰ ਜੋ ਚਾਹਾਂ ਉਹ ਮੈਨੂੰ ਮਿਲਦਾ ਜਾਏ। ਹਰ ਮਨੁੱਖ ਇਹ ਗੱਲ ਚਾਹੁੰਦਾ ਹੈ। ਲੇਕਿਨ ਕੁਦਰਤ ਦਾ ਇਹ ਨਿਯਮ ਨਹੀਂ ਹੈ। ਕੁਦਰਤ ਦੇ ਜਦੋਂ ਨਿਯਮ ਅਨੁਸਾਰ ਚੱਲਾਂਗੇ, ਮਨੁੱਖ ਨੂੰ ਕਿਤੇ ਵੀ ਕੁਝ ਮੰਗਣਾ ਨਹੀਂ ਪਏਗਾ। ਜਿੰਨਾ ਚਿਰ ਅਸੀਂ ਮੰਗਦੇ ਰਹਾਂਗੇ ਉਹਨਾਂ ਚਿਰ ਆਪਾਂ ਸੁਖੀ ਨਹੀਂ ਰਹਾਂਗੇ। ਕੁਝ ਮੰਗ ਲਿਆ ਫਿਰ ਮੰਗ ਉੱਠ ਜਾਏਗੀ, ਫਿਰ ਸਾਡੀਆਂ ਭੁੱਖਾਂ ਵੱਧਦੀਆਂ ਜਾਣਗੀਆਂ। ਗੁਰਮਤਿ ਇੱਕ ਅਜਿਹੇ ਮਨੁੱਖ ਦੇ ਕਿਰਦਾਰ ਦੀ ਸਿਰਜਣਾ ਕਰਨਾ ਚਾਹੁੰਦੀ ਹੈ ਜਿੱਥੇ ਜਾ ਕੇ ਮਨੁੱਖ ਰਾਜਾ ਬਣੇ, ਮੰਗਤਾ ਨਾ ਬਣੇ।
ਉਹ ਇੱਕੋ ਇੱਕ ਤਰੀਕਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਪ੍ਰਮਾਤਮਾ ਦਾ ਰੂਪ ਹੈ ਤੇ ਗੁਰੂ ਹਰ ਮਨੁੱਖ ਨੂੰ ਪ੍ਰਮਾਤਮਾ ਦਾ ਰੂਪ ਬਣਾਉਣਾ ਚਾਹੁੰਦਾ ਹੈ। ਹਰ ਮਨੁੱਖ ਪ੍ਰਮਾਤਮਾ ਬਣ ਲਈ ਇਸ ਧਰਤੀ ਤੇ ਆਇਆ ਹੈ। ਗੁਰੂ ਕੇ ਬਚਨ ਕੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦੇ ਬਚਨ ਕੇ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਤੇ ਪ੍ਰਮਾਤਮਾ ਜੀ ਸਮਾ ਜਾਂਦੇ ਨੇ। ਸਤਿਗੁਰੂ ਜੀ ਹਰ ਮਨੁੱਖ ਨੂੰ ਪ੍ਰਮਾਤਮਾ ਬਣਾਉਣਾ ਚਾਹੁੰਦੇ ਨੇ। ਹਰ ਮਨੁੱਖ ਨੂੰ ਇੱਕ ਅਜਿਹੀ ਅਵਸਥਾ ਦੇਣਾ ਚਾਹੁੰਦੇ ਨੇ ਕਿ ਉਹ ਇਸ ਧਰਤੀ ਤੇ ਰਾਜਾ ਬਣ ਕੇ ਵਿਚਰੇ, ਉਹ ਮੰਗਤਾ ਬਣ ਕੇ ਨਾ ਵਿਚਰੇ। ਪਰ ਕਿਉਂਕਿ ਜੇ ਰਾਜਾ ਬਣਨਾ ਹੈ ਤੇ ਉਹਦੇ ਲਈ ਮਿਹਨਤ ਕਰਨੀ ਪਏਗੀ ਨਾ। ਜੇ ਤੁਸੀਂ ਕੋਈ ਰਾਜ ਲੈਣਾ ਦੁਨਿਆਵੀ ਤੌਰ ਤੇ ਵੀ, ਕੋਈ ਐਵੇਂ ਨਹੀਂ ਮਿਲ ਜਾਏਗਾ। ਇਸ ਤਰ੍ਹਾਂ ਜੇ ਤੁਸੀਂ ਜ਼ਿੰਦਗੀ ਦੇ ਰਾਜੇ ਬਣਨਾ ਹੈ ਤੇ ਉਹਦੇ ਲਈ ਤੁਹਾਨੂੰ ਕੁਝ ਨਾ ਕੋਈ ਮਿਹਨਤ ਕਰਨੀ ਪਏਗੀ। ਪਰ ਮਨੁੱਖ ਮਿਹਨਤ ਨਹੀਂ ਚਾਹੁੰਦਾ। ਅਸੀਂ ਆਪਣੇ ਸਿਸਟਮ ਦੁਨਿਆਵੀ ਸਮਾਜ ਵੱਲ ਹੀ ਦੇਖ ਲਈਏ। ਸਰੀਰਕ ਤੌਰ ਤੇ ਅਸੀਂ ਖੇਚਲ ਨਹੀਂ ਕਰਨਾ ਚਾਹੁੰਦੇ, ਕੋਈ ਸਰੀਰ ਦੇ ਵਿੱਚ ਖਾਣ ਪੀਣ ਦੀ ਨਿਯਮਾਵਲੀ ਨਹੀਂ ਰੱਖਣਾ ਚਾਹੁੰਦੇ, ਜੀਭ ਤੇ ਕੰਟਰੋਲ ਨਹੀਂ ਕਰਨਾ ਚਾਹੁੰਦੇ, ਸਰੀਰ ਨੂੰ ਅਸੀਂ ਕੋਈ ਖੇਚਲ ਨਹੀਂ ਦੇਣਾ ਚਾਹੁੰਦੇ, ਕੋਈ ਐਕਸਰਸਾਈਜ਼ ਨਹੀਂ ਕਰਨਾ ਚਾਹੁੰਦੇ। ਅਸੀਂ ਚਾਹੁੰਦੇ ਡਾਕਟਰ ਸਾਹਿਬ ਕੋਈ ਦਵਾਈ ਦੇ ਦੇਣ, ਅਸੀਂ ਤੰਦਰੁਸਤ ਹੋ ਜਾਈਏ, ਗੋਲੀਆਂ ਦੇ ਨਾਲ ਅਸੀਂ ਤੰਦਰੁਸਤ ਹੋ ਜਾਈਏ। ਜਿਵੇਂ ਸਰੀਰਕ ਤੌਰ ਤੇ ਮਨੁੱਖ ਗੋਲੀਆਂ ਨਾਲ ਤੰਦਰੁਸਤ ਹੋਣਾ ਚਾਹੁੰਦਾ ਹੈ, ਬਿਲਕੁਲ ਮਨੁੱਖ ਧਰਮ ਦੀ ਦੁਨੀਆ ਚਾਹੁੰਦਾ ਕੋਈ ਰਿੱਧੀ ਸਿੱਧੀ ਮਿਲ ਜੇ, ਮੇਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜਾਣ, ਮੈਂ ਸੁਖੀ ਹੋ ਜਾਵਾਂ। ਪਰ ਇਹ ਕਦੀ ਹੋ ਨਹੀਂ ਸਕਦਾ। ਜੋ ਹੋਣਾ ਉਹ ਰੱਬ ਦੀ ਰਜ਼ਾ ਚ ਹੋਣਾ। ਰੱਬ ਦੀ ਰਜ਼ਾ ਦਾ ਅਰਥ ਹੈ ਜੋ ਰੱਬ ਨੇ ਸਿਸਟਮ ਬਣਾਇਆ, ਜੋ ਕਾਇਦਾ ਕਾਨੂੰਨ ਬਣਾਇਆ। ਸਾਡੀ ਜ਼ਿੰਦਗੀ ਦਾ ਕੋਈ ਸਿਸਟਮ ਹੈ। ਅਸੀਂ ਕਿਸੇ ਸਿਸਟਮ 'ਚ ਚੱਲ ਕੇ ਹੀ ਜ਼ਿੰਦਗੀ 'ਚ ਪਰਮ ਪਦ ਨੂੰ ਪ੍ਰਾਪਤ ਕਰ ਸਕਦੇ ਹਾਂ। ਜਦੋਂ ਵੀ ਅਸੀਂ ਗੈਰ ਸਿਸਟਮ ਤੋਂ ਐਵੇਂ ਕਹਿ ਲਓ ਕਿ ਗਲਤ ਤਰੀਕੇ ਨਾਲ ਅੱਗੇ ਵਧਣ ਦਾ ਯਤਨ ਕਰਾਂਗੇ, ਹੋ ਸਕਦਾ ਹੈ ਦੁਨਿਆਵੀ ਤੌਰ ਤੇ ਗਲਤ ਤਰੀਕਿਆਂ ਨਾਲ ਲੋਕੀ ਰੁਤਬਿਆਂ ਤੇ ਚਲੇ ਜਾਂਦੇ ਹੋਣਗੇ, ਜਾਂਦੇ ਨੇ, ਪਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ? ਸਮਾਜ ਤਬਾਹ ਹੋ ਜਾਂਦਾ ਹੈ, ਮੁਲਕ ਤਬਾਹ ਹੋ ਜਾਂਦੇ ਨੇ, ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਮਨੁੱਖ ਜੋ ਜ਼ਿੰਦਗੀ ਦੇ ਅੰਦਰ ਕਰਾਮਾਤਾਂ ਦੇ ਰਾਹੀਂ, ਰਿੱਧੀਆਂ ਸਿੱਧੀਆਂ ਦੇ ਰਾਹੀਂ, ਜਾਂ ਕੇਵਲ ਥੋੜ੍ਹੀ ਬਹੁਤੀ ਧਾਰਮਿਕ ਕਰਮ ਕਰਕੇ ਚਾਹੁੰਦਾ ਹੈ ਕਿ ਜ਼ਿੰਦਗੀ 'ਚ ਮੈਂ ਪਰਮ ਸੁੱਖ ਮਾਣਨਾ, ਉਹਦਾ ਕਦੀ ਵੀ ਨਤੀਜਾ ਵਧੀਆ ਨਹੀਂ ਨਿਕਲਦਾ, ਆਨੰਦ ਨਹੀਂ ਨਿਕਲਦਾ। ਅਜਿਹੀ ਘਟਨਾ ਖਡੂਰ ਸਾਹਿਬ ਦੀ ਧਰਤੀ ਤੇ ਵਾਪਰ ਰਹੀ ਹੈ। ਸਤਿਗੁਰੂ ਜੀ ਬੈਠੇ ਨੇ, ਲੋਕਾਂ ਨੂੰ ਜੀਦਾਨ ਪ੍ਰਦਾਨ ਕਰ ਰਹੇ ਨੇ। ਇਸ ਨਗਰ ਵਿੱਚ ਇੱਕ ਜੋਗੀ ਰਹਿੰਦਾ, ਤਪਾ ਰਹਿੰਦਾ। ਜਿਸ ਵੇਲੇ ਗੁਰਮਤਿ ਦਾ ਪ੍ਰਗਾਸ ਹੋਇਆ, ਗੁਰਮਤਿ ਨੇ ਲੋਕਾਂ ਨੂੰ ਗਿਆਨ ਦਿੱਤਾ। ਗੁਰਮਤਿ ਦੇ ਕੋਲ ਇੱਕੋ ਇੱਕ ਮਾਰਗ ਹੈ, ਗਿਆਨ ਦਾ ਮਾਰਗ, ਕਿ ਮਨੁੱਖ ਨੂੰ ਸੋਝੀ ਦਿੱਤੀ ਜਾਏ ਕਿ ਤੇਰੇ ਕੋਲ ਕੀ ਹੈ। ਮਨੁੱਖ ਨੂੰ ਇਹ ਨਾ ਕਿਹਾ ਜਾਏ ਕਿ ਮੇਰੇ ਕੋਲ ਕੀ, ਤੁਸੀਂ ਮੇਰੇ ਕੋਲ ਲੈਣਾ, ਮੇਰੇ ਕੋਲ ਆਓ, ਮੇਰੀਆਂ ਪਰਿਕਰਮਾ ਕਰੋ। ਮਨੁੱਖ ਨੂੰ ਦੱਸਿਆ ਜਾਏ ਕਿ ਤੇਰੇ 'ਚ ਕੀ ਪੋਸੀਬਿਲਿਟੀ ਹੈ, ਤੂੰ ਕਿੰਨਾ ਮਹਾਨ ਹੈ, ਤੇਰੀ ਵੈਲਿਊ ਕੀ ਹੈ। ਮਨੁੱਖ ਨੂੰ ਉਹਦਾ ਗਿਆਨ ਦਿੱਤਾ ਜਾਏ। ਪਰ ਧਰਮ ਦੀ ਦੁਨੀਆ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਮਨੁੱਖ ਨੂੰ ਮਨੁੱਖ ਦਾ ਗਿਆਨ ਦੇਣਾ ਨਹੀਂ ਚਾਹੁੰਦੇ। ਕਿਉਂਕਿ ਜਦੋਂ ਮਨੁੱਖ ਨੂੰ ਮਨੁੱਖ ਦਾ ਗਿਆਨ ਦੱਸ ਦਿੱਤਾ ਕਿ ਕਹੋ ਕਬੀਰ ਇਹ ਰਾਮ ਕੀ ਅੰਸ਼, ਹੁਣ ਰਾਮ ਕੀ ਅੰਸ਼ ਤੇ ਮੰਗਤਾ ਨਹੀਂ ਬਣੇਗਾ, ਰਾਮ ਕੀ ਅੰਸ਼ ਤੇ ਬੰਦਿਆਂ ਨੂੰ ਮੱਥੇ ਨਹੀਂ ਟੇਕੇਗਾ, ਰਾਮ ਕੀ ਅੰਸ਼ ਆਪਣੀ ਕਿਰਤ ਨੂੰ ਐਵੇਂ ਪਖੰਡੀਆਂ ਕੋਲ ਜਾ ਕੇ ਲੁਟਾਏਗਾ ਨਹੀਂ, ਉਹ ਤੇ ਮਨੁੱਖਤਾ ਦੀ ਸੇਵਾ 'ਚ ਲੱਗੇਗਾ। ਇਹੀ ਤੇ ਗੱਲ ਅਖੌਤੀ ਧਾਰਮਿਕ ਲੋਕਾਂ ਨੂੰ ਪ੍ਰਵਾਨ ਨਹੀਂ ਹੈ। ਉਹ ਚਾਹੁੰਦੇ ਕਿ ਇਹ ਸਮਾਜ ਸੁੱਤਾ ਹੀ ਰਹੇ ਤੇ ਅਸੀਂ ਇਹਨਾਂ ਦੀ ਕਿਰਤ ਨੂੰ ਲੁੱਟਦੇ ਰਹੀਏ। ਗੁਰੂ ਨਾਨਕ ਸਾਹਿਬ ਜੀ ਨੇ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਦੇਖੋ ਕਿੰਨੀ ਕਮਾਲ ਦੀ ਗੱਲ, ਭਾਈ ਸਾਹਿਬ ਜੀ ਨੇ ਸੂਰਜ ਨਾਲ ਤੁਲਨਾ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੂੰ। ਸੂਰਜ ਤਾਰਿਆਂ ਨੂੰ ਕੁਝ ਨਹੀਂ ਕਹਿੰਦਾ, ਸੂਰਜ ਦੀ ਤਾਰਿਆਂ ਨਾਲ ਕੋਈ ਵਿਰੋਧਤਾ ਨਹੀਂ ਹੈ, ਤਾਰਿਆਂ ਨੂੰ ਉਹ ਮਾੜਾ ਨਹੀਂ ਕਹਿੰਦਾ। ਲੇਕਿਨ ਸੂਰਜ ਦੇ ਚਾਨਣ ਦੇ ਨਾਲ ਤਾਰੇ ਆਪੇ ਹੀ ਅਲੋਪ ਹੋ ਜਾਂਦੇ ਨੇ, ਉਹ ਜਾਂਦੇ ਨਹੀਂ ਕਿਤੇ, ਲੋਕਾਂ ਨੂੰ ਨਜ਼ਰ ਆਉਣੇ ਬੰਦ ਹੋ ਜਾਂਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ ਨਿੰਦਿਆ ਨਹੀਂ, ਕਿਸੇ ਦੀ ਵਿਰੋਧਤਾ ਨਹੀਂ ਕੀਤੀ, ਕਿਸੇ ਨੂੰ ਮਾੜਾ ਨਹੀਂ ਕਿਹਾ। ਲੇਕਿਨ ਗੁਰੂ ਨਾਨਕ ਸਾਹਿਬ ਜੀ ਨੇ ਗਿਆਨ ਇਹਨਾਂ ਦਿੱਤਾ ਸੂਰਜ ਵਾਂਗੂ ਕਿ ਬਾਕੀ ਜਿਹੜੇ ਤਾਰਿਆਂ ਵਰਗੇ ਆਪਣੇ ਆਪ ਹੀ ਅਲੋਪ ਹੋ ਗਏ, ਲੋਕਾਂ ਦਾ ਧਿਆਨ ਉੱਧਰੋਂ ਹਟ ਗਿਆ। ਜਦ ਗੁਰਮਤਿ ਦਾ ਪ੍ਰਗਾਸ ਹੋਇਆ, ਦੁਨੀਆ ਗੁਰਮਤਿ ਮਾਰਗ ਦੇ ਨਾਲ ਜੁੜਨ ਲੱਗ ਪਈ ਤੇ ਜਿਹੜੇ ਅਖੌਤੀ ਪਖੰਡੀ ਲੋਕ ਕੇਵਲ ਤਾਂ ਕੇਵਲ ਆਪਣੀਆਂ ਦੁਕਾਨਾਂ ਧਰਮ ਦੇ ਨਾਂ ਤੇ ਚਲਾ ਰਹੇ ਸਨ, ਉਹਨਾਂ ਦੀਆਂ ਗੱਦੀਆਂ ਡੋਲਣ ਲੱਗ ਪਈਆਂ। ਖਡੂਰ ਦੀ ਧਰਤੀ 'ਚ ਇੱਕ ਤਪਾ ਰਹਿੰਦਾ ਸੀ, ਜੋਗੀ ਸੀ, ਜਿਹੜਾ ਲੋਕਾਂ ਪਾਸੋਂ ਰਿੱਧੀਆਂ ਸਿੱਧੀਆਂ ਦੇ ਨਾਂ ਤੇ, ਕਰਾਮਾਤਾਂ ਦੇ ਨਾਂ ਤੇ ਬੜੇ ਮੱਥੇ ਟਿਕਾਉਂਦਾ ਸੀ, ਲੋਕਾਂ ਨੂੰ ਬੜਾ ਗੁੰਮਰਾਹ ਕਰਦਾ ਸੀ। ਉਹ ਤਪਾ ਸਤਿਗੁਰੂ ਜੀ ਦਾ ਵਿਰੋਧੀ ਬਣ ਗਿਆ। ਕਈ ਬਣੇ ਪਹਿਲਾਂ, ਜੋ ਅਨੇਕਾਂ ਜੋਗੀਆਂ ਨੇ ਸਤਿਗੁਰੂ ਜੀ ਦੀ ਵਿਰੋਧਤਾ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਵੀ। ਇਹਦੀ ਇੱਕ ਗਾਥਾ ਚੱਲ ਰਹੀ ਹੈ, ਉਹ ਆਪਾਂ ਮਿਲ ਕੇ ਸਰਵਣ ਕਰੀ। ਇਹ ਤਪਾ ਪਿੰਡ ਦੇ ਲੋਕਾਂ ਨੂੰ ਕਿਵੇਂ ਭੜਕਾਏਗਾ, ਸਤਿਗੁਰੂ ਜੀ ਦੇ ਵਿਰੁੱਧ ਕਿਵੇਂ ਇਹ ਸਾਜ਼ਿਸ਼ ਰਚੇਗਾ। ਇਹ ਵਾਰਤਾ ਸਰਵਣ ਕਰਨ ਦੇ ਲਈ ਗੁਰੂ ਪਿਆਰ ਵਿੱਚ ਜੁੜਦੇ ਹਾਂ। ਮਨ ਬਿਰਤੀਆਂ ਨੂੰ ਟਿਕਾਉਣ ਹਿੱਤ
ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੁਗਧ ਦਦੀ ਕ੍ਰਿਤ ਅਰ ਪਿਸ਼ਟਾਨਾ ਪਰਬਨ ਵਿਖੇ ਲਿਆਏ ਧਨ ਧਾਨਾ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਖੰਡੂਰ ਨਗਰ ਦੇ ਵਿੱਚ ਇਹ ਤਪਾ ਰਹਿੰਦਾ ਹੈ। ਬੜੇ ਲੋਕੀ ਇਹਦੇ ਕੋਲ ਆਉਂਦੇ ਨੇ, ਦੁੱਧ ਦਹੀਂ ਲੈ ਕੇ, ਹੋਰ ਪਦਾਰਥ ਲੈ ਕੇ ਇਹਨੂੰ ਭੇਟਾ ਕਰਦੇ ਹਨ। ਤੇ ਟਿਗ ਅਰ ਪੈ ਬਿਨੈ ਬਖਾਨੇ ਤਿਆਦਕ ਬੇਵਸਤੂ ਆਨੇ। ਉਹਦੇ ਕੋਲ ਆ ਕੇ ਆਪਣੀਆਂ ਬੇਨਤੀਆਂ ਕਰਦੇ ਨੇ। ਕਈ ਤਰ੍ਹਾਂ ਦੇ ਪਦਾਰਥ ਵੀ ਇਹਦੇ ਕੋਲ ਲੈ ਕੇ ਆਉਂਦੇ ਹਨ। ਤਿਸ ਤੇ ਡਰੇ ਗ੍ਰਾਮ ਨਰ ਸਾਰੇ ਨਹਿ ਸਤਾਰ ਕੁਬਾਕ ਉਚਾਰੇ। ਪਿੰਡ ਦੇ ਲੋਕੀ ਡਰਦੇ ਨੇ। ਕੋਈ ਬੰਦਾ ਕਹਿ ਦੋ ਨਾ ਕਿ ਕੋਈ ਕਰਾਮਾਤਾਂ ਬੜੀਆਂ ਨੇ, ਦੁਨੀਆ ਬੜੀ ਡਰਦੀ ਹੈ। ਗੁਰਮਤ ਨੇ ਕਰਾਮਾਤ ਨਾਲ ਡਰਾਉਣ ਵਾਲੇ ਨੂੰ ਉਹੀ ਤੁਲਨਾ ਦਿੱਤੀ ਜਿਹੜਾ ਤਲਵਾਰ ਨਾਲ ਡਰਾਉਂਦਾ ਹੈ। ਕੋਈ ਕਰਾਮਾਤ ਨਾਲ ਡਰਾ ਲੇ, ਕੋਈ ਤਲਵਾਰ ਨਾਲ ਡਰਾ ਲੇ, ਦੋਵਾਂ ਵਿੱਚ ਕੋਈ ਫਰਕ ਨਹੀਂ ਹੈ। ਔਰੰਗਜ਼ੇਬ ਵੀ ਤਲਵਾਰ ਨਾਲ ਹੀ ਡਰਾਉਂਦਾ ਸੀ। ਕੋਈ ਜ਼ੋਰ ਜ਼ਬਰ ਵਾਲਾ ਵੀ ਤਲਵਾਰ ਨਾਲ ਡਰਾਉਂਦਾ ਹੈ, ਤੇ ਕਰਾਮਾਤ ਵਾਲਾ ਕਹੇ ਜੇ ਤੁਸੀਂ ਮੇਰੇ ਕੋਲ ਨਾ ਆਏ ਮੈਂ ਤੁਹਾਡਾ ਨੁਕਸਾਨ ਕਰ ਦੇਵਾਂਗਾ। ਦੋ 'ਚ ਫਰਕ ਕੀ ਹੈ? ਗੁਰਮਤ ਤੇ ਉਸ ਮਨੁੱਖ ਦੀ ਸਿਰਜਣਾ ਦੀ ਗੱਲ ਕਰਦੀ, ਭੈ ਕਾਹੂ ਕੋ ਦੇਤ ਨਹਿ ਭੈ ਮਾਨ ਤਾਨ। ਲੋਕਾਂ ਦਾ ਡਰ ਕੱਟੇ, ਲੋਕਾਂ ਨੂੰ ਗਿਆਨ ਦੇਵੇ। ਇਹ ਗੱਲ ਚੇਤੇ ਰੱਖਣਾ ਕਿ ਧਰਮ ਹੈ ਮਨੁੱਖ ਨੂੰ ਡਰ ਤੋਂ ਮੁਕਤ ਕਰਨ ਦੇ ਲਈ। ਪਰਮਾਤਮਾ ਆਪ ਨਿਰਭਉ ਹੈ। ਪਰਮਾਤਮਾ ਦੇ ਪਿਆਰ 'ਚ ਜੁੜਿਆ ਹੋਇਆ ਮਨੁੱਖ ਵੀ ਨਿਰਭਉ ਹੋ ਜਾਂਦਾ ਹੈ। ਗੁਰਬਾਣੀ ਨੇ ਪਰਮਾਤਮਾ ਦੇ ਨਾਂ ਤੇ ਕਿਤੇ ਨਹੀਂ ਡਰਾਇਆ। ਵੈਸੇ ਧਰਮ ਦੀ ਦੁਨੀਆ 'ਚ ਨਜ਼ਰ ਮਾਰੋਗੇ, ਧਾਰਮਿਕ ਲੋਕਾਂ ਨੇ ਡਰਾਇਆ ਹੀ ਹੈ ਮਨੁੱਖ ਨੂੰ। ਰੱਬ ਤੁਹਾਨੂੰ ਬੜੀ ਸਜ਼ਾ ਦੇਵੇਗਾ, ਰੱਬ ਤੁਹਾਨੂੰ ਮਾਫ ਨਹੀਂ ਕਰੇਗਾ, ਰੱਬ ਤੁਹਾਨੂੰ ਨਰਕਾਂ ਸਾੜੇਗਾ। ਪਤਾ ਨਹੀਂ ਰੱਬ ਨੂੰ ਕਿਹੋ ਜਿਹਾ ਬਣਾ ਕੇ ਪੇਸ਼ ਕਰਦੇ ਨੇ ਲੋਕ। ਲੇਕਿਨ ਰੱਬ ਡਰਾਉਣਾ ਨਹੀਂ ਹੈ। ਜਦੋਂ ਤੁਸੀਂ ਰੱਬ ਦਾ ਅਸਲੀ ਰੂਪ ਦੇਖੋਗੇ, ਗੁਰਬਾਣੀ ਕਿਉਂ ਪੜ੍ਹਨ ਲਈ ਬੇਨਤੀ ਕਰਦੇ ਵਾਰ-ਵਾਰ? ਤੁਸੀਂ ਗੁਰਬਾਣੀ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਰੱਬ ਹੈ ਕਿਹੋ ਜਿਹਾ। ਜੋ ਕੁਝ ਸਾਨੂੰ ਦੱਸਿਆ ਗਿਆ, ਜੋ ਅਸੀਂ ਸਮਝਦੇ ਹੋ ਰੱਬ ਦਾ ਰੂਪ ਨਹੀਂ ਹੈ। ਰੱਬ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ। ਉਹ ਤੇ ਬੜਾ ਮਿਹਰਬਾਨ ਹੈ। ਉਹ ਤੇ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਉਹ ਤੇ ਬੜਾ ਦਿਆਲੂ ਹੈ। ਉਹ ਤੇ ਦੀਨ ਦਿਆਲ ਦਇਆ ਨਿਦ ਦੁਖ ਦੇਖਤ ਹੈ ਪਰ ਦੇਤ ਨਾ ਹਾਰਿਓ। ਤੇ ਸਾਡੇ ਔਗਣ ਜਾਣਦਾ। ਉਹਦੇ ਕੋਲ ਲੁਕਿਆ ਥੋੜਾ ਕਿ ਮੈਂ ਚਿੱਟੇ ਕੱਪੜੇ ਪਾ ਲਏ ਤੇ ਹੁਣ ਮੈਂ ਬੜਾ ਧਰਮਾਤਮਾ ਬਣ ਗਿਆ। ਉਹ ਤੇ ਮੇਰੇ ਅੰਦਰ ਨੂੰ ਜਾਣਦਾ। ਲੇਕਿਨ ਰੋਟੀ ਤੇ ਮੈਨੂੰ ਫਿਰ ਵੀ ਦੇ ਰਿਹਾ ਹੈ ਨਾ। ਕਿਸੇ ਮਨੁੱਖ ਨੂੰ ਮੇਰੇ ਔਗਣਾਂ ਦਾ ਪਤਾ ਲੱਗ ਜਾਏ, ਭਾਵੇਂ ਮੈਂ ਜਿੰਨੇ ਮਰਜ਼ੀ ਵਧੀਆ ਕੰਮ ਕਰਦਾ ਹੋਵਾਂ, ਉਹ ਕੱਲ ਨੂੰ ਹੀ ਮੇਰੇ ਔਗਣ ਅਖਬਾਰਾਂ 'ਚ ਆ ਜਾਣਗੇ, ਟੀਵੀ ਤੇ ਆ ਜਾਣਗੇ, ਸੋਸ਼ਲ ਮੀਡੀਆ ਤੇ ਆ ਜਾਣਗੇ ਕਿ ਇਸ ਬੰਦੇ ਨੂੰ ਭੁੱਖੀਆਂ ਮਾਰ ਦਿਓ, ਇਹ ਬੰਦਾ ਅੱਗੇ ਨਹੀਂ ਵਧਣਾ ਚਾਹੀਦਾ। ਤੇ ਪਰਮਾਤਮਾ ਤੇ ਜਾਣਦਾ ਹੋਇਆ ਵੀ ਉਹ ਲੋਕਾਂ ਦੇ ਸਾਹਮਣੇ ਨਹੀਂ ਲਿਆਉਂਦਾ। ਪਰਮਾਤਮਾ ਜਾਣਦਾ ਹੋਇਆ ਵੀ ਸਾਡੇ ਔਗਣਾਂ ਨੂੰ ਸਗੋਂ ਢੱਕਦਾ ਹੈ। ਉਹ ਪਰਮਾਤਮਾ ਸਾਨੂੰ ਕਈ ਤਰੀਕਿਆਂ ਨਾਲ ਔਗਣਾਂ ਤੋਂ ਬਚਾਉਣਾ ਚਾਹੁੰਦਾ, ਸਮਝਾਉਂਦਾ ਹੈ। ਅਨਕ ਵਿਧੀ ਸਮਝਾਵੋ, ਅਨੇਕ ਤਰੀਕਿਆਂ ਦੇ ਨਾਲ ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ। ਕਰੋੜਾਂ ਸਾਡੇ ਅਪਰਾਧ ਮੁਆਫ ਕਰਕੇ ਸਾਨੂੰ ਫਿਰ ਪਰਮਾਤਮਾ ਸਮਝਾਉਂਦਾ ਹੈ। ਜਿਵੇਂ ਇੱਕ ਮਾਂ ਆਪਣੇ ਬੱਚੇ ਦੀਆਂ ਗਲਤੀਆਂ ਨੂੰ ਅੰਡਿਠ ਕਰਕੇ ਫਿਰ ਉਹਨੂੰ ਚੰਗਾ ਬਣਾਉਣਾ ਚਾਹੁੰਦੀ। ਪਰਮਾਤਮਾ ਤਾਂ ਸਾਡੀ ਮਾਂ ਹੈ। ਪਰ ਧਾਰਮਿਕ ਲੋਕਾਂ ਨੇ ਰੱਬ ਦੇ ਨਾਂ ਤੇ ਡਰਾਇਆ ਬੜਾ ਹੈ। ਔਰ ਰੱਬ ਦੇ ਨਾਂ ਤੇ ਡਰਾਇਆ ਹੈ ਤੇ ਪਤਾ ਨਹੀਂ ਕੋ ਨਾ ਕੋ ਰਿਧੀਆਂ ਸਿੱਧੀਆਂ ਹੁੰਦੀਆਂ ਜਾਂ ਨਹੀਂ ਹੁੰਦੀਆਂ, ਕਿਉਂਕਿ ਧਰਮ ਦੇ ਨਾਂ ਤੇ ਅੰਧ ਵਿਸ਼ਵਾਸ ਬੜਾ ਹੈ। ਅੰਧ ਵਿਸ਼ਵਾਸ ਕਰਾਮਾਤ ਕੀ ਚੀਜ਼ ਹੈ। ਕਰਾਮਾਤ ਕਿਹਾ ਜਾਂਦਾ ਹੈ ਕਿ ਜੋ ਕੰਮ ਕੋਈ ਨਾ ਕਰ ਸਕੇ ਮੈਂ ਕਰ ਦੇਵਾਂ, ਉਹਨੂੰ ਕਹਿੰਦੇ ਕਰਾਮਾਤ ਹੈ। ਕਦੀ ਕਲਪਨਾ ਨਹੀਂ ਸੀ ਕੀਤੀ ਕਿ ਹਵਾਈ ਜਹਾਜ਼ ਹੋਵੇਗਾ, ਲੇਕਿਨ ਹਵਾਈ ਜਹਾਜ਼ ਤੇ ਉਸ ਮਨੁੱਖ ਲਈ ਕਰਾਮਾਤ ਸੀ। ਅੱਜ ਸਾਨੂੰ ਆਮ ਗੱਲ ਲੱਗਦੀ ਹੈ। ਕਦੀ ਕਲਪਨਾ ਨਹੀਂ ਸੀ ਕੀਤੀ ਕਿ ਮਨੁੱਖ ਇਵੇਂ ਗੱਡੀਆਂ ਕਾਰਾਂ ਤੇ ਇੰਨੇ ਤੇਜ਼ ਤਰਾਰ ਸਫ਼ਰ ਕਰੇਗਾ। ਪੈਦਲ ਚੱਲਣ ਵਾਲਾ, ਜੰਗਲਾਂ ਚੱਲਣ ਵਾਲੇ ਮਨੁੱਖ ਇੰਨੇ ਤੇਜ਼ ਤਰਾਰ ਹਵਾਈ ਜਹਾਜ਼ਾਂ ਦੇ। ਫਿਰ ਇਹ ਹੈ ਕਰਾਮਾਤ। ਦਰਅਸਲ ਲੋਕਾਂ ਨੂੰ ਕਰਕੇ ਕੁਝ ਦਿਖਾ ਦੇਣਾ। ਐਵੇਂ ਡਰਾਈ ਚਲੇ ਜਾਣਾ ਕਿ ਮੈਂ ਕਰਾਮਾਤ ਆ ਮੇਰੇ ਕੋਲ, ਤੇ ਇਹ ਕੇਵਲ ਤਾਂ ਕੇਵਲ ਅੰਧ ਵਿਸ਼ਵਾਸ ਹੈ। ਸਭ ਤੋਂ ਵੱਡੀ ਕਰਾਮਾਤ ਹੈ ਆਪਣੇ ਆਪ ਦੀ ਕੁਰਬਾਨੀ ਕਰ ਦੇਣੀ। ਇਹਨੂੰ ਕਰਾਮਾਤ ਕਿਹਾ ਜਾਂਦਾ। ਐਮਰਸਨ ਇੱਕ ਬੜਾ ਤਕੜਾ ਰਾਈਟਰ ਹੋਇਆ ਇੰਗਲਿਸ਼ ਦਾ। ਉਹ ਕਹਿੰਦਾ ਕਿ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਸਭ ਤੋਂ ਵੱਡੀ ਕਰਾਮਾਤ ਹੈ। ਇਹ ਤੋਂ ਵੱਡੀ ਕਰਾਮਾਤ ਨਹੀਂ ਨਾ ਕੋਈ। ਲੋਕਾਂ ਨੂੰ ਡਰਾਉਣਾ ਧਰਮ ਦੇ ਨਾਂ ਤੇ, ਰਿਧੀਆਂ ਸਿੱਧੀਆਂ ਦੇ ਨਾਂ ਤੇ ਕੋਈ ਕਰਾਮਾਤ ਨਹੀਂ ਹੈ। ਸਿਰਫ ਲੋਕਾਂ ਦੇ ਅੰਦਰ ਡਰ ਹੁੰਦਾ ਹੈ ਤੇ ਇਹੋ ਜਿਹੇ ਲੋਕਾਂ ਦਾ ਦਬਦਬਾ ਚੱਲ ਜਾਂਦਾ ਹੈ, ਕਿਉਂਕਿ ਜਿਨ੍ਹਾਂ ਦੇ ਅੰਦਰ ਡਰ ਹੈ ਜੋ ਮਰਜ਼ੀ ਕਹੀ ਜਾਓ ਉਹਨਾਂ ਨੂੰ। ਇਸ ਕਰਕੇ ਇਹ ਜੋਗੀ ਵੀ ਜਿਹੜਾ ਇਦਾਂ ਦਾ ਸੀ, ਉਹਦੇ ਲੋਕੀ ਉਹਦੇ ਕੋਲ ਡਰਦੇ ਬੜੇ ਸਨ। ਹੈਰਾਨੀ ਦੀ ਗੱਲ ਹੈ, ਜੇ ਧਾਰਮਿਕ ਲੋਕਾਂ ਕੋਲੋਂ ਹੀ ਇਵੇਂ ਲੋਕੀ ਡਰਨਗੇ ਜਿਵੇਂ ਥਾਣੇਦਾਰ ਕੋ ਡਰਦੇ ਨੇ, ਤੇ ਦੋਵਾਂ 'ਚ ਫਰਕ ਕੀ ਹੈ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਈ ਫਰਕ ਰਹਿ ਗਿਆ?
ਇੱਕ ਬੰਨੇ ਥਾਣੇਦਾਰ ਕੋ ਡਰਦਾ ਹੈ, ਜਾਂ ਪੋਲੀਟੀਸ਼ਨਾਂ ਕੋ ਡਰਦਾ ਹੈ, ਧਾਰਮਿਕ ਲੋਕਾਂ ਕੋ ਡਰਨ ਲੱਗ ਪਏ, ਮਨੁੱਖ ਜਾਏਗਾ ਕਿੱਥੇ? ਮਨੁੱਖ ਦਾ ਡਰ ਕਿੱਥੇ ਕੱਟਿਆ ਜਾਏਗਾ? ਜੋ ਧਰਮ ਦੇ ਨਾਂ ਤੇ ਡਰਾਉਂਦਾ ਹੈ ਉਹ ਧਾਰਮਿਕ ਹੋ ਹੀ ਨਹੀਂ ਸਕਦਾ। ਜੋ ਰੱਬ ਦੇ ਨਾਂ ਤੇ ਡਰਾਉਂਦਾ ਹੈ ਉਹ ਧਾਰਮਿਕ ਹੋ ਹੀ ਨਹੀਂ ਸਕਦਾ। ਰੱਬ ਦੇ ਨਾਂ ਤੇ ਗੁਰਬਾਣੀ ਨੇ ਡਰ ਕੱਟਿਆ, ਗੁਰਬਾਣੀ ਨੇ ਕਿਤੇ ਡਰਾਇਆ ਨਹੀਂ ਹੈ। ਗੁਰਬਾਣੀ ਨੇ ਕਿਤੇ ਇਹ ਨਹੀਂ ਕਿਹਾ ਕਿ ਤੁਸੀਂ ਇਹ ਕੁਝ ਦਿਓਗੇ ਤਾਂ ਰੱਬ ਖੁਸ਼ ਹੋਏਗਾ। ਗੁਰਬਾਣੀ ਕਹਿੰਦੀ ਸਿਰਫ ਪਿਆਰ ਕਰੋ ਪਰਮਾਤਮਾ ਨੂੰ, ਮਨੁੱਖਤਾ ਨੂੰ ਪਿਆਰ ਕਰੋ, ਪਰਮਾਤਮਾ ਤੁਹਾਨੂੰ ਪਿਆਰ ਕਰੇਗਾ। ਸੋ ਭਾਈ ਸਾਹਿਬ ਜੀ ਕਹਿੰਦੇ ਦੁਨੀਆ ਬੜੀ ਡਰਦੀ ਸੀ ਇਸ ਤਪੇ ਕੋਲੋਂ। ਕਹਿ ਸੋ ਮਾਨੇ ਨਰ ਗ੍ਰਾਮੀਨ, ਜੋ ਸੰਤਨ ਕੋ ਕਹਿ ਨ ਸਕੇ ਨ ਚੀਨ। ਤੇ ਜੋ ਕੁਝ ਉਹ ਕਹਿੰਦਾ ਸੀ ਪਿੰਡ ਦੇ ਲੋਕੀ ਮੰਨਦੇ ਸਨ, ਕਿਉਂਕਿ ਉਹਦੀਆਂ ਕਰਾਮਾਤਾਂ ਦਾ ਉਹਨਾਂ ਦੇ ਮਨਾਂ ਅੰਦਰ ਡਰ ਸੀ ਕਿ ਬੜਾ ਕਰਾਮਾਤੀ ਹੈ, ਤੇ ਉਹਦਾ ਕਹਿਣਾ ਮੋੜਦੇ ਨਹੀਂ ਸਨ। ਰੇ ਦਿਸ ਕੋ ਨਿਸਬਾਸੁਰ ਕਰਹੀ, ਦੇ ਧਨ ਧਾਨ ਸੋ ਬਿਨੈ ਉਚਰਹੀ। ਇਸ ਤਰੀਕੇ ਨਾਲ ਦਿਨ ਰਾਤ ਇੱਥੇ ਰਹਿ ਰਿਹਾ ਹੈ, ਤੇ ਪਿੰਡ ਦੇ ਲੋਕ ਜਿਹੜੇ ਨੇ ਉਹ ਧਨ ਵੀ ਤੇ ਹੋਰ ਪਦਾਰਥ ਵੀ ਇਸ ਨੂੰ ਦਿੰਦੇ ਹਨ। ਤਹਾਂ ਬਾਸੇ ਗੁਰ ਅੰਗਦ ਕੇਰਾ, ਨਹੀਂ ਮਹਾਤਮ ਲਖੈ ਕਨੇਰਾ। ਅਜਿਹੇ ਲੋਕੀ ਜਿਹੜੇ ਘਰ-ਬਾਰ ਇਸ ਕਰਕੇ ਛੱਡ ਦਿੰਦੇ ਨੇ ਕਿ ਸਾਡਾ ਜੀ ਪਰਿਵਾਰ ਨਾਲ ਕੋਈ ਮੋਹ ਨਹੀਂ ਹੈ, ਅਸੀਂ ਤੇ ਬੜੇ ਤਿਆਗੀ ਹਾਂ, ਅਸੀਂ ਕਾਰੋਬਾਰ ਛੱਡ ਦਿੱਤਾ ਹੈ। ਪਰਿਵਾਰ ਨੂੰ ਛੱਡ ਦਿੰਦੇ ਨੇ, ਇਵੇਂ ਕਹਿ ਲਓ ਕਿ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਭਗੌੜਾ ਹੋ ਜਾਂਦੇ ਨੇ, ਤੇ ਫਿਰ ਵੱਡੇ ਵੱਡੇ ਚੇਲੇ ਬਣਾਉਣ ਲਈ ਉਹਨਾਂ ਦੀ ਪਕੜ ਖੜੀ ਹੋ ਜਾਂਦੀ ਹੈ। ਦੇਖੋ, ਇੱਕ ਗ੍ਰਸਤੀ ਬੰਦਾ ਆਪਣੇ ਪਰਿਵਾਰ ਦੇ 2-4 ਜੀਆਂ ਦੀ ਖਿੱਚ ਕਰਦਾ, ਉਹਦਾ ਹੱਕ ਹੈ, ਕਰਨੀ ਚਾਹੀਦੀ। ਪਰਿਵਾਰ ਦੇ ਜੀਆਂ ਦੀ ਦੇਖ ਰੇਖ ਕਰਨਾ ਉਹਦੀ ਡਿਊਟੀ ਹੈ, ਧਿਆਨ ਰੱਖਣਾ ਉਹਦੀ ਡਿਊਟੀ ਹੈ, ਉਹਦਾ ਫਰਜ਼ ਹੈ। ਲੇਕਿਨ ਜਿਹੜੇ ਤਿਆਗੀ ਨੇ ਉਹਨਾਂ ਨੂੰ ਤੇ ਆਪਣੇ ਕਈ ਚੇਲਿਆਂ ਦਾ ਫਿਕਰ ਹੁੰਦਾ, ਉਹ ਤਿਆਗੀ ਕਾਹਦੇ ਹੋ ਗਏ? ਗ੍ਰਸਤੀ ਨੂੰ ਤੇ 2-4 ਜੀਆਂ ਦਾ ਹੀ ਫਿਕਰ ਹੈ, ਤੇ ਜਿਹੜਾ ਇੱਕ ਤਿਆਗੀ ਉਹ ਤੇ ਕਹਿੰਦਾ ਮੇਰੇ ਵੱਧ ਤੋਂ ਵੱਧ ਚੇਲੇ ਹੋਣੇ ਚਾਹੀਦੇ ਨੇ। ਗ੍ਰਸਤੀ ਨੂੰ ਤੇ ਇੱਕ ਨਿੱਕਾ ਜਿਹਾ ਘਰ ਚਾਹੀਦਾ ਹੈ ਕਿ ਉਹਦੇ ਪਰਿਵਾਰ ਦੇ ਜੀ ਘਰ ਦੇ ਵਿੱਚ ਰਹਿ ਸਕਣ, ਤੇ ਜਿਹੜੇ ਤਿਆਗੀ ਨੇ ਉਹ ਤੇ ਸੈਂਕੜੇ ਕਿੱਲਿਆਂ ਦੇ ਵਿੱਚ ਡੇਰੇ ਬਣਾਈ ਬੈਠੇ, ਉਹ ਤਿਆਗੀ ਹੋਏ ਕਿ ਗ੍ਰਸਤੀ ਤਿਆਗੀ ਹੋਇਆ? ਇੱਕ ਤਿਆਗ ਦੇ ਨਾਂ ਤੇ ਬੜਾ ਵੱਡਾ ਇਹ ਅਡੰਬਰ ਹੈ। ਆਪਾਂ ਦੇਖਦੇ ਹਾਂ ਗ੍ਰਸਤੀ ਨੂੰ ਤੇ ਜਿੱਥੇ ਥਾਂ ਮਿਲ ਗਈ ਚਲੋ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਉਹ ਵੱਡੀਆਂ ਵੱਡੀਆਂ ਮੱਲਾਂ ਨਹੀਂ ਮਾਰਦਾ। ਜਿਹੜੇ ਤਿਆਗੀ ਨੇ ਉਹ ਪਤਾ ਨਹੀਂ ਕਿੰਨੇ ਕੋ ਡੇਰੇ ਦੱਬੀ ਬੈਠੇ ਨੇ, ਫਿਰ ਲੜਾਈਆਂ ਕਰਦੇ, ਨਜਾਇਜ਼ ਹੀ ਜ਼ਮੀਨਾਂ ਦੱਬੀ ਚਲੇ ਜਾਂਦੇ ਨੇ ਲੋਕਾਂ ਦੀਆਂ। ਅੱਜ ਤੁਸੀਂ ਪੰਜਾਬ ਦੇ ਡੇਰਿਆਂ ਦਾ ਰਿਕਾਰਡ ਫਲਾ ਲਓ, ਬੜੀ ਇਮਾਨਦਾਰੀ ਦੇ ਨਾਲ ਪਤਾ ਨਹੀਂ ਕਿੰਨੇ ਕੋ ਨਿਕਲਣਗੇ ਜਿਨ੍ਹਾਂ ਨੇ ਲੋਕਾਂ ਦੀਆਂ ਧੱਕੇ ਨਾਲ ਹੀ ਜ਼ਮੀਨਾਂ ਦੱਬੀਆਂ ਹੋਈਆਂ ਨੇ। ਇਹ ਕਿਉਂ ਚੱਲਦੇ ਨੇ ਪਾਲੀਟੀਸ਼ਨਾਂ ਦੇ ਮਗਰ? ਕਿਉਂਕਿ ਪਾਲੀਟੀਸ਼ਨਾਂ ਕੋਲ ਇਹਨਾਂ ਦੇ ਪੋਲ ਹੈਗੇ ਨੇ, ਇਸ ਕਰਕੇ ਡਰਦੇ ਨੇ ਕਿ ਸਾਨੂੰ ਚੁੱਕ ਕੇ ਆਸਾਰਾਮ ਵਾਂਗੂ ਜੇਲ੍ਹ 'ਚ ਹੀ ਨਾ ਸੁੱਟ ਦੇਣ। ਇਸ ਕਰਕੇ ਇਹ ਲੋਕ ਜਿਹੜੇ ਲੋਕਾਂ ਨੂੰ ਡਰਾਉਂਦੇ ਵੀ ਨੇ ਤੇ ਜੱਫੇ ਵੀ ਮਾਰਦੇ ਨੇ ਕਿ ਸਾਡੀ ਪੂਜਾ ਪ੍ਰਤਿਸ਼ਠਾ ਚੱਲਦੀ ਰਹੇ। ਕਬੇ ਨ ਸਕੇ ਜਾਏ ਨਿਵਾਏ ਸੀਸ, ਨੈ ਮਾਨੇ ਸਭ ਜਗ ਦੇ ਈਸ਼। ਇਸ ਕਰਕੇ ਇੱਧਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਖੰਡੂਰ ਦੀ ਧਰਤੀ ਤੇ ਰਹਿੰਦੇ ਨੇ, ਬਾਹਰੋਂ ਬੜੇ ਲੋਕ ਆਉਂਦੇ ਨੇ, ਸੰਗਤਾਂ ਹੁੰਦੀਆਂ ਨੇ, ਪਰ ਇੱਥੇ ਇਲਾਕੇ ਦੇ ਕਈ ਲੋਕਾਂ ਨੂੰ, ਨਗਰ ਦੇ ਕਈ ਲੋਕਾਂ ਨੂੰ ਸਤਿਗੁਰੂ ਜੀ ਦੀ ਵਡਿਆਈ ਦਾ ਪਤਾ ਨਹੀਂ ਹੈ। ਅਬਰ ਲੋਕ ਜਿਮ ਵਾਸੇ ਗ੍ਰਾਮ, ਤਿਉ ਜਾਣੇ ਇਹ ਵੀ ਰਹਿ ਧਾਮ। ਤੇ ਕਈ ਲੋਕ, ਸਾਰੇ ਨਹੀਂ, ਖੰਡੂਰ ਵਿੱਚ ਚੰਗੇ ਲੋਕ ਵੀ ਹੋਣਗੇ ਜਿਸ ਕਰਕੇ ਸਤਿਗੁਰੂ ਜੀ ਰਹਿ ਰਹੇ ਨੇ। ਇਹ ਉਹਨਾਂ ਲੋਕਾਂ ਦੀ ਗੱਲ ਜਿਹੜੇ ਤਪੇ ਮਗਰ ਲੱਗੇ ਹੋਏ ਸਨ। ਉਹ ਲੋਕ ਤੇ ਇਹ ਵੀ ਸੋਚਦੇ ਜਿਵੇਂ ਬਾਕੀ ਦੁਨੀਆ ਪਿੰਡ 'ਚ ਰਹਿ ਰਹੀ ਹੈ, ਇਹ ਵੀ ਰਹਿ ਰਹੇ ਨੇ। ਹਾਲਾਂਕਿ ਸਤਿਗੁਰੂ ਜੀ ਕੋਲ ਬਾਹਰੋਂ ਬੜੀਆਂ ਸੰਗਤਾਂ ਚੱਲ ਕੇ ਆਉਂਦੀਆਂ ਹਨ। ਸਤ ਸੰਗੀ ਜਨ ਮੈਂ ਨ ਕੋਈ, ਕਿ ਪ੍ਰਭਾਵ ਕੋ ਜਾਣੈ ਸੋਈ। ਸਤਿਗੁਰੂ ਜੀ ਦੀ ਵਡਿਆਈ ਦਾ ਤੇ ਉਹਨਾਂ ਨੂੰ ਤਾਂ ਹੀ ਪਤਾ ਲੱਗਦਾ ਜੇ ਕਿਤੇ ਉਹ ਸਤ ਸੰਗਤ ਵਿੱਚ ਜਾਂਦੇ, ਜੇ ਉਹਨਾਂ ਗੁਰੂ ਕੇ ਦਰਸ਼ਨ ਦੀਦਾਰ ਕੀਤੇ ਹੁੰਦੇ, ਉੱਥੇ ਸੰਗਤ ਕੀਤੀ ਹੁੰਦੀ। ਇਸ ਕਰਕੇ ਉਹ ਕਦੀ ਗਏ ਨਹੀਂ ਤੇ ਉਹਨਾਂ ਨੂੰ ਸਤਿਗੁਰੂ ਜੀ ਦੀ ਵਡਿਆਈ ਦਾ ਪਤਾ ਨਹੀਂ ਹੈ। ਕੇਤਕ ਸਮਾ ਬਤੀਤਨ ਭਇਓ, ਬਰਖਾ ਬਿਨਾ ਸਮੈ ਤਬ ਹੋਇਓ। ਸਮਾਂ ਆਪਣੀ ਚਾਲ ਦੇ ਨਾਲ ਚੱਲਦਾ ਗਿਆ। ਇੱਕ ਇਹੋ ਜਿਹਾ ਸਮਾਂ ਆਇਆ ਕਿ ਵਰਖਾ ਨਾ ਹੋਈ, ਔੜ ਲੱਗ ਗਈ, ਮੀਂਹ ਨਾ ਪਿਆ। ਮਾਸ ਭਾਦਰਪਦ ਔੜ ਲਗੀ ਅਸ, ਸਭ ਹੀ ਸ਼ੁਸ਼ਕ ਹੋਈ ਗਈ ਬੜ ਸਸ। ਭਾਦਰੋਂ ਦਾ ਮਹੀਨਾ ਆ ਗਿਆ। ਦੇਖੋ, ਸੌਣ ਭਾਦਰੋਂ ਦਾ ਮਹੀਨਾ ਵਰਖਾ ਦੀ ਰੁੱਤ ਦਾ ਮਹੀਨਾ ਹੁੰਦਾ, ਮੀਂਹ ਪੈਂਦਾ ਹੈ। ਲੇਕਿਨ ਭਾਦਰੋਂ ਦੇ ਮਹੀਨੇ ਤੱਕ ਮੀਂਹ ਨਾ ਪਿਆ, ਔੜ ਲੱਗ ਗਈ। ਪੂਰਬ ਜਹਾਂ ਬਿਖਤ ਹਰਿਆਈ, ਬਿਨ ਪਾਕੇ ਫਿਰ ਗੀ ਸਜਰਦਾਈ। ਜਿੱਥੇ ਪਹਿਲਾਂ ਹਰਿਆਵਲ ਸੀ, ਫਸਲਾਂ ਹਰੀਆਂ ਸਨ, ਦਰਖਤ ਹਰੇ ਸਨ, ਮੀਂਹ ਨਾ ਪੈਣ ਕਰਕੇ ਉਹਨਾਂ ਦੇ ਰੰਗ ਬਦਲ ਗਏ, ਪੀਲੇ ਹੋਣੇ ਸ਼ੁਰੂ ਹੋ ਗਏ, ਸੁੱਕਣੇ ਸ਼ੁਰੂ ਹੋ ਗਏ। ਵਰਖਾ ਤੋਂ ਬਿਨਾਂ ਫਸਲਾਂ ਸੁੱਕ ਰਹੀਆਂ ਸਨ। ਹਵੈ ਨ ਅੰਨ ਤਰਸੇ ਗ੍ਰਾਮੀਨ, ਹਮਰੇ ਤੋਂ ਜੀਵਨ ਇਹ ਚੀਨ। ਹੁਣ ਪਿੰਡ ਦੇ ਲੋਕਾਂ ਨੂੰ ਇਸ ਗੱਲ ਦੀ, ਜਾਂ ਇਲਾਕੇ ਦੇ ਲੋਕਾਂ ਨੂੰ ਚਿੰਤਾ ਲੱਗ ਗਈ ਕਿ ਜੇ ਮੀਂਹ ਨਾ ਪਿਆ ਤੇ ਫਸਲ ਕੋਈ ਨਹੀਂ ਹੋਣੀ, ਕੋਈ ਦਾਣਾ ਫੱਕਾ ਨਹੀਂ ਹੋਣਾ।
ਤੇ ਜੇ ਕੋਈ ਦਾਣਾ ਫੱਕਾ ਨਾ ਹੋਇਆ ਤੇ ਸਾਡਾ ਗੁਜ਼ਾਰਾ ਵਜ਼ਾਰਾ ਕਿਵੇਂ ਚੱਲੇਗਾ। ਬਿਨਾ ਅੰਨ ਤੇ ਬਹੁ ਦੁਖ ਪਾਏ, ਸਕਲ ਕੁਟੰਬ ਕਹੋ ਕਿਆ ਤੇ ਖਾਏ। ਬਿਨਾ ਅੰਨ ਤੋਂ ਅਸੀਂ ਬੜੇ ਦੁਖੀ ਹੋਵਾਂਗੇ, ਸਾਡੇ ਪਰਿਵਾਰ ਦੇ ਜੀ ਕੀ ਖਾਣਗੇ। ਤਨ ਧਨ ਤੇ ਅਰ ਪਸ਼ੂਅਨ ਸੰਗ, ਜੋ ਹਮ ਪਾਲਨ ਕਰੀਏ ਭੰਗ। ਦੇਖੋ ਇੰਨੇ ਪਿਆਰ ਦੇ ਨਾਲ ਪਸ਼ੂਆਂ ਨੂੰ ਪਾਲਿਆ ਹੈ, ਖੇਤੀ ਨੂੰ ਪਾਲਿਆ ਹੈ, ਖੇਤੀ ਨਹੀਂ ਹੋਏਗੀ, ਅੰਨ ਨਹੀਂ ਹੋਏਗਾ, ਪਸ਼ੂਆਂ ਲਈ ਪੱਠੇ ਵਗੈਰਾ ਨਹੀਂ ਹੋਣਗੇ ਤੇ ਕਿਵੇਂ ਕੰਮ ਕਾਰ ਚੱਲੇਗਾ। ਜੇ ਬਰਖਾ ਅਬ ਹੋਵੇ ਨਾਹੀ, ਨਿਜ ਪਰਿਵਾਰ ਕੁਤੋ ਨਿਰਬਾਹੀ। ਜੇ ਵਰਖਾ ਨਾ ਹੋਈ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਬਿਨ ਪਾਕੇ ਹੋਏ ਜਾਏ ਬਿਨਾਸ਼, ਕਹਾਂ ਅੰਨ ਕੀ ਪੂਜੈ ਆਸ। ਦੇਖੋ ਇੰਨੀ ਮਿਹਨਤ ਦੇ ਨਾਲ ਖੇਤੀ ਅਸੀਂ ਬੀਜੀ ਸੀ, ਵੱਡੀ ਹੋਈ ਹੈ, ਹੁਣ ਮੀਂਹ ਨਾ ਪਿਆ ਤੇ ਬਿਨਾਂ ਪੱਕਣ ਤੋਂ ਇਹ ਖਤਮ ਹੋ ਜਾਏਗੀ। ਸਾਡੀਆਂ ਜਿਹੜੀਆਂ ਆਸਾਂ ਹਨ ਉਹ ਕਿਵੇਂ ਪੂਰੀਆਂ ਹੋਣਗੀਆਂ। ਹਮਰੇ ਨਿਕਟ ਦਰਬ ਕੁਛ ਨਾਹੀ, ਜਿਸ ਕੋ ਖਰਚ ਮੋਲ ਲੇ ਖਾਹੀ। ਕੋਈ ਸਾਡੇ ਕੋਲ ਖਜ਼ਾਨਾ ਵੀ ਨਹੀਂ ਜਿਹੜਾ ਖਰਚ ਲਵਾਂਗੇ ਜਾਂ ਮੁੱਲ ਲੈ ਲਵਾਂਗੇ ਕੋਈ ਚੀਜ਼, ਅੰਨ ਤੋਂ ਬਿਨਾ ਗੁਜ਼ਾਰਾ ਨਹੀਂ ਚੱਲਣਾ। ਇਤ ਜਾਦਕ ਚਿੰਤਾ ਗਲਤਾਂ ਨੇ, ਆਪਸ ਵਿਖੇ ਮਿਲੇ ਇੱਕ ਥਾਨੇ। ਇਹੋ ਜੀ ਚਿੰਤਾ ਜਿਹੜੀ ਸੀ ਲੋਕਾਂ 'ਚ ਪੈਦਾ ਹੋ ਗਈ, ਸਾਰੇ ਲੋਕ ਇਕੱਠੇ ਹੋਏ, ਆਪਸ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ। ਕਹਿਤ ਬਏ ਜੋ ਬੜੇ ਕਹਾਵੇ, ਪੁੱਛੋ ਪਾਂਦਾ ਜੇ ਕਨ ਆਵੇ। ਜਿਹੜੇ ਸਿਆਣੇ ਲੋਕ ਸਨ ਇਕੱਠੇ ਹੋ ਕੇ ਸਲਾਹ ਕਰਦੇ ਨੇ, ਭਈ ਕਿਸੇ ਸਿਆਣੇ ਨੂੰ, ਜੋਤਸ਼ੀ ਨੂੰ ਪੁੱਛੋ, ਕਿਸੇ ਸਿਆਣੇ ਨੂੰ ਕੋ ਪਤਾ ਕਰੋ ਕਿ ਮੀਂਹ ਕਿਉਂ ਨਹੀਂ ਪੈ ਰਿਹਾ, ਕੀ ਕਾਰਨ ਹੈ। ਕਰ ਹੈ ਸਕਲ ਕਹੇ ਜੋ ਹੋ ਸੋਏ, ਜਿਮ ਖੇਤੀ ਹਰਿਆਵਲ ਹੋਏ। ਜੋ ਵੀ ਕੋਈ ਸਾਨੂੰ ਉਪਾਅ ਦੱਸੇਗਾ ਨਾ, ਅਸੀਂ ਉਹੀ ਉਪਾਅ ਕਰਾਂਗੇ। ਜਿਵੇਂ ਮੀਂਹ ਪੈ ਜਾਏ, ਸਾਡੀ ਖੇਤੀ ਹਰੀ ਭਰੀ ਹੋ ਜਾਏ। ਸੁਨਤੇ ਇੱਕ ਤੇ ਦੂਸਰ ਕਹੇ, ਹਮਰੋ ਗੁਰੂ ਤਪੋ ਤਪਾ ਜੋ ਹੈ। ਇੱਕ ਦੂਜੇ ਪਾਸੋਂ ਗੱਲ ਕਰਦਿਆਂ ਇੱਕ ਨੇ ਗੱਲ ਕੀ ਕਿ ਸਾਡੇ ਪਿੰਡੋਂ ਜੋਗੀ ਜੂ ਰਹਿੰਦਾ ਤਪਾ, ਇਹ ਉਹਨੂੰ ਆਪਣਾ ਗੁਰੂ ਮੰਨਦੇ ਸਨ ਜਿਹੜਾ ਤਪਾ ਰਹਿੰਦਾ ਹੈ। ਕਰਾਮਾਤ ਜੁਤ ਮੈਂ ਹੂੰ ਭਾਖਤ, ਸਭ ਤੇ ਵੱਡਾ ਤੇਜ ਕੋ ਰਾਖਤ। ਉਹ ਕਹਿੰਦਾ ਕਿ ਮੈਂ ਬੜਾ ਕਰਾਮਾਤੀ ਹਾਂ, ਮੇਰੇ ਵਿੱਚ ਬੜਾ ਭਾਰੀ ਤੇਜ ਹੈ, ਮੈਂ ਬੜੇ ਬਲ ਵਾਲਾ ਹਾਂ। ਸਕਲ ਗ੍ਰਾਮ ਕੋ ਹੈ ਹਿਤਕਾਰੀ, ਜੋ ਸਮੁਦਾਇ ਬਿਗਨ ਦੇ ਟਾਰੀ। ਦੇਖੋ ਨਾ, ਸਾਰੇ ਪਿੰਡ ਦਾ ਉਹ ਹਿੱਤ ਕਰਨ ਵਾਲਾ ਹੈ, ਪਿੰਡ ਦੇ ਲੋਕੀ ਉਹਦੇ ਨਾਲ ਹਿੱਤ ਕਰਦੇ ਨੇ। ਜੇ ਪਿੰਡ ਦੇ ਉੱਪਰ ਇਹ ਬਿਪਤਾ ਆਈ ਹੈ ਤੇ ਆਪੇ ਟਾਲੇਗਾ, ਹੁਣ ਉਹਦੀ ਡਿਊਟੀ ਹੈ ਇਹ। ਅਮਰੀ ਤ੍ਰੇ ਲੈ ਜਾਵੇ ਬਾਲਕ, ਮੰਤਰਨ ਤੇ ਦੁਖ ਦਾਰਦ ਟਾਲਕ। ਦੇਖੋ ਨਾ, ਸਾਡੀਆਂ ਬੀਬੀਆਂ, ਧੀਆਂ, ਭੈਣਾਂ, ਮਾਤਾਵਾਂ, ਕੋਈ ਬੱਚੇ ਨੂੰ ਦੁੱਖ ਹੋ ਜਾਏ ਤੇ ਉਹਦੇ ਕੋਲ ਜਾਂਦੇ ਆਪਾਂ, ਉਹੀ ਫਿਰ ਟੂਣੇ ਮਟਾਣੇ ਕਰਦਾ, ਉਹਦੇ ਦੁੱਖ ਕੱਟ ਦਿੰਦਾ ਹੈ। ਸੰਕਟ ਅਪਰ ਅਨੇਕ ਨਿਵਾਰੈ, ਸ਼ਕਤਵੰਤ ਹੈ ਸੁਖ ਦਾਤਾਰੈ। ਹੋਰ ਵੀ ਕਈ ਦੁੱਖ ਦਿਲ ਇਧਰੋਂ ਦੂਰ ਕਰਦਾ ਹੈ ਤੇ ਉਹ ਸੁਖ ਦਿੰਦਾ ਹੈ ਇਲਾਕੇ ਦੇ ਲੋਕਾਂ ਨੂੰ। ਕਰ ਚਲੇ ਹੋ ਸਾਰੇ, ਕਸ਼ਮਿਸ਼ਟਾਨ ਲਿਓ ਧਰੋ ਅਗਾਰੇ। ਕੁਝ ਤੁਸੀਂ ਮਠਿਆਈ ਲਓ, ਮਿੱਠੀ ਚੀਜ਼ ਲਓ, ਤੇ ਅਸੀਂ ਸਾਰੇ ਮਿਲ ਕੇ ਉਹਦੇ ਕੋਲ ਜਾਂਦੇ ਆ, ਉਹਨੂੰ ਕਹਿੰਦੇ ਕਿ ਮੀਂਹ ਨਹੀਂ ਪੈ ਰਿਹਾ, ਕੋਈ ਉਪਾਅ ਕਰ। ਕਰਹਿ ਬੇਨਤੀ ਪਰ ਕੇ ਪਾਏ, ਤਿਸ ਤੇ ਜਾਚੋ ਬਰਖਾ ਆਏ। ਅਸੀਂ ਉਹਦੇ ਪੈਰਾਂ ਤੇ ਡਿੱਗ ਕੇ ਬੇਨਤੀ ਕਰਾਂਗੇ ਤੇ ਉਹਨੂੰ ਕਵਾਂਗੇ ਕਿ ਮੀਂਹ ਦਾ ਕੋਈ ਉਪਾਅ ਕਰ, ਵਰਖਾ ਦਾ ਉਪਾਅ ਕਰ। ਅਸ ਮਸਲਤ ਕਰ ਬ੍ਰਿਧ ਸਭ ਲੀਨੇ, ਗਏ ਤਪੇ ਢਿਗ ਚਿੰਤਾ ਕੀਨੇ। ਜਿੰਨੇ ਸਿਆਣੇ ਸਨ, ਬਜ਼ੁਰਗ ਸਨ, ਆਗੂ ਸਨ, ਇਹ ਸਲਾਹ ਕਰਕੇ ਚੱਲ ਪਏ ਤਪੇ ਵੱਲ ਨੂੰ ਆਪਣੀ ਚਿੰਤਾ ਦੱਸਣ ਦੇ ਲਈ। ਗਾਦੀ ਕੋ ਲਗਾਏ ਸੋ ਬੈਸਾ, ਸਮੁਦ ਧੰਬ ਧਰ ਮੂਰਤ ਜੈਸਾ। ਭਾਈ ਸਾਹਿਬ ਜੀ ਕਹਿੰਦੇ ਗੱਦੀ ਲਗਾ ਕੇ ਬੈਠਾ ਸੀ, ਐ ਪਖੰਡ ਦੀ ਮੂਰਤ ਬਣ ਕੇ ਇਹ ਬੈਠਾ ਸੀ। ਧਰਿਓ ਅਗਾਰੀ ਕਰ ਮਿਸ਼ਟਾਨ, ਨਮੋ ਸਬਨ ਕਰ ਬੰਦੇ ਪਾਨ। ਇਹ ਪਿੰਡ ਦੇ ਲੋਕਾਂ ਨੇ ਜਾ ਕੇ ਜੋ ਮਠਿਆਈ ਸੀ ਅੱਗੇ ਰੱਖੀ, ਉਹਦੇ ਅੱਗੇ ਨਮਸਕਾਰ ਕੀਤੀ ਹੈ। ਮ੍ਰਿਦਨ ਤਿਸ ਕੋ ਜਸ ਭਉ ਭਾਖਾ, ਤੁਮ ਪੂਰੋ ਬੋਤਨ ਅਬਿਲਾਖਾ। ਉਹ ਜਿਹੜੇ ਆਗੂ ਸਨ ਉਹਨਾਂ ਨੇ ਬੜੀ ਵਡਿਆਈ ਕੀਤੀ ਕਿ ਤੁਸੀਂ ਬੜੇ ਕਰਾਮਾਤੀ ਹੋ, ਤੁਹਾਡਾ ਬੜਾ ਜਸ ਹੈ, ਤੁਹਾਡੀ ਬੜੀ ਕੀਰਤੀ ਹੈ। ਅਜ਼ਮਤਵਾਨ ਮਹਾਨ ਬਸ਼ਾਨੇ, ਬਹੁ ਆਤਮ ਤੁਮ ਢਿਗ ਦੁਖਾਨੇ। ਔਰ ਸਾਨੂੰ ਪਤਾ ਹੈ, ਦੁਨੀਆ ਜਾਣਦੀ ਕਿ ਤੁਸੀਂ ਬੜੀ ਅਜ਼ਮਤ ਵਾਲੇ ਹੋ, ਕਰਾਮਾਤ ਵਾਲੇ, ਤੇ ਲੋਕਾਂ ਦੇ ਦੁੱਖ ਦੂਰ ਕਰਦੇ ਹੋ। ਜਾਂ ਤੇ ਰਾਵਰ ਕੀ ਬੋ ਕੀਰਤ, ਹੈ ਸਮੁਦਾਇ ਗ੍ਰਾਮ ਵਿਸਤੀਰਤ। ਇਸ ਕਰਕੇ ਤੁਹਾਡੀ ਜਿਹੜੀ ਵਡਿਆਈ ਹੈ, ਕੀਰਤੀ ਹੈ ਨਾ, ਲੋਕਾਂ 'ਚ ਬਹੁਤ ਪਸਰੀ ਹੋਈ ਹੈ, ਦੁਨੀਆ ਤੁਹਾਡੀ ਵਡਿਆਈ ਕਰਦੀ ਹੈ। ਸਭ ਚਲ ਆਏ ਸ਼ਰਨ ਤੁਮਾਰੀ, ਅਬਹਿ ਕਾਮਨਾ ਪੂਰਵ ਹਮਾਰੀ। ਅਸੀਂ ਸਾਰੇ ਹੀ ਤੁਹਾਡੀ ਸ਼ਰਨ 'ਚ ਆਏ ਆ, ਸਾਡੀ ਕਾਮਨਾ ਪੂਰੀ ਕਰੋ ਤੁਸੀਂ। ਸੁਨ ਕਰ ਦਬਾ ਹਰਗ ਤੈ ਗਰਬਾ, ਤਬ ਅਨੁਸ ਮਮ ਅਨੁਸਾਰ ਸਦਾ ਰਹਿ ਸਰਬਾ। ਜਦੋਂ ਪਿੰਡ ਦੇ ਲੋਕਾਂ ਨੇ ਵਡਿਆਈ ਕੀਤੀ ਤੇ ਤਪਾ ਜਿਹੜੀ ਸਨਾ ਹੰਕਾਰ 'ਚ ਬੜਾ ਖੁਸ਼ ਹੋਇਆ, ਬੜਾ ਫੁੱਲ ਜਿਹਾ ਗਿਆ,
ਔਰ ਉਹ ਸੋਚਦਾ ਕਿ ਪਿੰਡ ਦੇ ਲੋਕੀ ਮੇਰੇ ਅਧੀਨ ਨੇ, ਮੇਰੀ ਆਗਿਆ ਚੱਲਣ ਵਾਲੇ ਹਨ। ਵੇਖੋ ਤੁਮਾਰੀ ਭਗਤ ਵਿਸਾਲਾ, ਕਰੋ ਕਾਮਨਾ ਦਿਓ ਦਰਹਾਲਾ। ਕਹਿਣ ਲੱਗਾ ਤੁਹਾਡਾ ਜੋ ਪਿਆਰ ਹੈ, ਭਗਤੀ ਹੈ ਨਾ, ਉਹਨੂੰ ਮੈਂ ਦੇਖ ਰਿਹਾ ਹਾਂ। ਤੁਸੀਂ ਦੱਸੋ ਕੀ ਸੇਵਾ ਕਰਾਂ ਜਾਂ ਕੀ ਤੁਹਾਡਾ ਕੰਮ ਹੈ, ਮੈਂ ਹੁਣੇ ਕਰ ਦੇਵਾਂਗਾ। ਤੁਮ ਮੇਰੇ ਹੋ ਸੇਵਕ ਸਾਰੇ, ਪੂਜੋ ਚਰਨ ਦੇ ਦੁਖ ਟਾਰੇ। ਤੁਸੀਂ ਸਾਰੇ ਮੇਰੇ ਸੇਵਕ ਹੋ, ਤੁਸੀਂ ਮੇਰੇ ਚਰਨਾਂ ਨੂੰ ਪੂਜਦੇ, ਤੁਹਾਡੇ ਦੁੱਖ ਦੂਰ ਕਰਾਂਗਾ ਮੈਂ। ਸੁਨ ਕੇ ਰਾਹਕ ਬਿਖੈ ਬਖਾਨੀ, ਸੁਨੋ ਤਪਾ ਜੀ ਦੁਰਲਭ ਪਾਨੀ। ਰਾਹਕ ਕਹਿੰਦੇ ਨੇ ਜ਼ਿਮੀਦਾਰ ਨੂੰ। ਉਸ ਵੇਲੇ ਉਹ ਜਿਹੜੇ ਜ਼ਿਮੀਦਾਰ ਕਿਸਾਨ ਇਕੱਠੇ ਹੋ ਕੇ ਗਏ, ਉਹਨਾਂ ਨੇ ਇਹ ਗੱਲ ਕੀਤੀ, ਤਪਾ ਜੀ ਸਾਡੇ ਇਲਾਕੇ 'ਚ ਮੀਂਹ ਨਹੀਂ ਪੈ ਰਿਹਾ, ਕੋਈ ਮੀਂਹ ਦਾ ਉਪਾਅ ਕਰੋ, ਫਸਲਾਂ ਸੁੱਕ ਰਹੀਆਂ ਹਨ। ਪ੍ਰਥਮ ਭਈ ਬਰਖਾ ਬੋ ਧਰਾ, ਬੀਜੇ ਖੇਤ ਉਗੇ ਰੰਗ ਹਰਾ। ਦੇਖੋ ਨਾ, ਪਹਿਲਾਂ ਚੰਗੀ ਵਰਖਾ ਹੋ ਗਈ, ਅਸੀਂ ਫਸਲ ਬੀਜ ਦਿੱਤੀ, ਫਸਲ ਚੰਗੀ ਹੋ ਰਹੀ ਹੈ, ਹਰੀ ਭਰੀ ਹੈ, ਪਰ ਹੁਣ ਮੀਂਹ ਨਹੀਂ ਪੈ ਰਿਹਾ, ਉਹ ਚੰਗੀ ਭਲੀ ਫਸਲ ਜਿਹੜੀ ਉਹ ਸੁੱਕ ਰਹੀ ਹੈ। ਬ੍ਰਿਧੀ ਅਰੋਗ ਬੜੀ ਜਬ ਹੋਈ, ਹਟੇ ਮੇਘ ਨਭ ਆਏ ਨ ਕੋਈ। ਕਿੰਨੀ ਸੋਹਣੀ ਖੇਤੀ ਜਿਹੜੀ ਖੜੀ ਲੈ ਲਹਾਉਂਦੀ ਹੈ, ਪਰ ਹੁਣ ਜਦੋਂ ਮੀਂਹ ਨਹੀਂ ਪਿਆ ਤੇ ਉਹ ਸੁੱਕਣੀ ਸ਼ੁਰੂ ਹੋ ਗਈ ਹੈ। ਬੀਤਿਓ ਕਿਤਕ ਕਾਲ ਬਿਨ ਪਾਨੀ, ਹਰੀ ਉਤੀ ਸਕਲੀ ਕੁਮਲਾਨੀ। ਕਿੰਨਾ ਚਿਰ ਦੇਖੋ ਪਾਣੀ ਤੋਂ ਬਿਨਾਂ ਖੇਤੀ ਖੜੀ ਹੈ, ਹਰੀ ਖੇਤੀ ਜਿਹੜੀ ਉਹ ਸੁੱਕਣ ਵੱਲ ਤੁਰ ਪਈ ਹੈ। ਵਹਿਰ ਅਨਜੇ ਜੋ ਹੋਇਓ ਨਾਹੀ, ਸ਼ੰਕਾ ਹਮਰੇ ਜੀਵਨ ਮਾਹੀ। ਸਾਡੀ ਜ਼ਿੰਦਗੀ 'ਚ ਹੁਣ ਇੱਕ ਸ਼ੰਕਾ ਖੜਾ ਹੋ ਗਿਆ ਹੈ, ਉਹ ਇਹ ਕਿ ਜੇ ਅੰਨ ਨਾ ਹੋਇਆ, ਫਸਲ ਨਾ ਹੋਈ, ਤੇ ਸਾਡੀ ਜ਼ਿੰਦਗੀ ਕਿਵੇਂ ਰਹੇਗੀ, ਸਾਡੇ ਪਰਿਵਾਰ ਕਿਵੇਂ ਰਹਿਣਗੇ। ਜਾਤੇ ਕਰਨਾ ਕਰੋ ਮਹਾਨੀ, ਜਿਸ ਤੇ ਗਨ ਹੋਏ ਮੋਚਹਿ ਪਾਨੀ। ਇਸ ਕਰਕੇ ਕਿਰਪਾ ਦ੍ਰਿਸ਼ਟ ਕਰੋ ਕਿ ਵਰਖਾ ਹੋ ਜਾਏ, ਮੀਂਹ ਪੈ ਜੇ, ਪਾਣੀ ਦਾ ਪ੍ਰਬੰਧ ਹੋ ਜਾਏ। ਸੁਨ ਤਪੇ ਤੇ ਬਾਤ ਵਿਚਾਰੀ, ਹੁਤੋ ਗੁਰੂ ਸੋ ਮਸਤਰ ਭਾਰੀ। ਹੁਣ ਤਪੇ ਨੇ ਬੜਾ ਇੱਕ ਵਧੀਆ ਮੌਕਾ ਦੇਖਿਆ ਕਿ ਪਿੰਡ ਦੇ ਲੋਕ ਆਏ ਨੇ। ਇਹ ਤਪਾ ਅੰਦਰੋਂ ਸਤਿਗੁਰੂ ਜੀ ਦੇ ਨਾਲ ਈਰਖਾ ਕਰਦਾ ਸੀ। ਈਰਖਾ ਦਾ ਕਾਰਨ ਇਹ ਸੀ ਕਿ ਉਹਨਾਂ ਦੇ ਆਉਣ ਨਾਲ ਮੇਰੀ ਰੌਣਕ ਨਾ ਘਟ ਜੇ ਕਿਤੇ। ਇਸ ਕਰਕੇ ਉਹਨੇ ਦੇਖਿਆ ਜਦੋਂ ਪਿੰਡ ਦੇ ਲੋਕ ਆਏ ਨੇ ਤੇ ਇਸ ਤਰ੍ਹਾਂ ਕਿਹਾ ਹੈ, ਆਏ ਬਹਿਰ ਤੇ ਸਿੱਖ ਕਨੇਰੇ, ਰਹਿਤ ਨਿਕਟ ਪੁਨ ਗਮਨੈ ਡੇਰੇ। ਤਪੇ ਨੂੰ ਪਤਾ ਹੈ ਕਿ ਬਾਹਰੋਂ ਬਹੁਤ ਲੋਕ ਚੱਲ ਕੇ ਆਉਂਦੇ ਨੇ ਔਰ ਇੱਥੇ ਆ ਕੇ ਰੌਣਕ ਲੱਗਦੀ ਹੈ ਖਨੂਰ ਦੇ ਵਿੱਚ। ਤਪੇ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦਾ ਵੀ ਪਤਾ ਹੈ। ਇਸ ਕਰਕੇ ਇਹ ਤਪਾ ਅੰਦਰੋਂ ਈਰਖਾ ਕਰਦਾ ਹੈ ਕਿ ਜੇ ਮੇਰੇ ਨਗਰ ਵਿੱਚ ਇਹ ਰਹਿ ਗਏ ਤੇ ਮੇਰਾ ਬੋਰੀਆ ਬਿਸਤਰਾ ਗੋਲ ਹੋ ਜਾਣਾ। ਇਸ ਕਰਕੇ ਇਹਨੂੰ ਇਹ ਮੌਕਾ ਮਿਲ ਗਿਆ। ਤਿਨ ਕੋ ਦੇਖਤ ਦੇਖ ਦੁਖਤ ਮਨ ਮਾਹੀ, ਗੁਰਤਾ ਗੁਰ ਨ ਸਕੇ ਨ ਨਾਹੀ। ਇਹ ਸਤਿਗੁਰੂ ਜੀ ਦੀ ਮਹਿਮਾ ਨੂੰ ਦੇਖ ਸੁਣ ਕੇ ਮਨ ਵਿੱਚ ਬੜਾ ਦੁਖੀ ਹੁੰਦਾ ਸੀ ਤੇ ਗੁਰੂ ਘਰ ਦੀ ਇਹ ਵਡਿਆਈ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ। ਮਹਾ ਤਪੈ ਚਿਤ ਚਿੰਤਾ ਧਰਤਾ, ਨਿਸ ਦਿਨ ਮੈਂ ਅਸੂਇਆ ਕਰਤਾ। ਇਹ ਦਿਨ ਰਾਤ ਜਦੋਂ ਗੁਰੂ ਕੀ ਵਡਿਆਈ ਦੀਆਂ ਗੱਲਾਂ ਇਹਨੂੰ ਪਤਾ ਲੱਗਦੀਆਂ ਨੇ, ਅੰਦਰੇ ਈਰਖਾ ਦੇ ਵਿੱਚ ਸੜਦਾ ਰਹਿੰਦਾ ਸੀ, ਦੁਖੀ ਹੁੰਦਾ ਰਹਿੰਦਾ ਸੀ। ਖੈਰੇ ਸੇਵਕ ਹੈ ਮਿਤ ਮੇਰੇ, ਨੈ ਪਰਮਾਏ ਜਾਏ ਤਿਸ ਡੇਰੇ। ਉਸ ਨਗਰ ਵਿੱਚ ਖੈਰੇ ਜ਼ਿਮੀਂਦਾਰ ਬਹੁਤੇ ਰਹਿੰਦੇ ਸਨ, ਹੁਣ ਵੀ ਨੇ, ਔਰ ਇਹ ਕਹਿ ਰਿਹਾ ਕਿ ਇਹਨਾਂ ਜ਼ਿਮੀਂਦਾਰਾਂ ਨੂੰ ਕਿਤੇ ਇਹ ਗੁਰੂ ਅੰਗਦ ਦੇਵ ਜੀ ਪਰਮਾ ਨਾ ਲੈਣ, ਆਪਣੀ ਮਗਰ ਨਾ ਲਗਾ ਲੈਣ। ਜਾਤੇ ਡਰਤ ਰਹਤੇ ਉਰ ਮਾਹੇ, ਨਿਸ ਬਾਸੁਰ ਬੋ ਨਿੰਦ ਕਰਾਹੇ। ਇਸ ਕਰਕੇ ਇਹ ਨਿਤ ਡਰਦਾ ਹੀ ਰਹਿੰਦਾ ਸੀ ਤੇ ਅੰਦਰੋਂ ਅੰਦਰੀ ਗੁਰੂ ਸਾਹਿਬ ਜੀ ਦੀ ਨਿੰਦਾ ਕਰਦਾ ਰਹਿੰਦਾ ਸੀ। ਗੁਰ ਕੀਰਤ ਰਾਕਾ ਸੋ ਪ੍ਰਕਾਸ਼ੀ, ਸੋ ਤਸਕਰ ਦੁਰਮਤੀ ਦੁਰਾਸੀ। ਸਤਿਗੁਰੂ ਜੀ ਦੀ ਕੀਰਤੀ ਤੇ ਚੰਦਰਮਾ ਦੀ ਚਾਨਣੀ ਵਾਂਗੂ ਪ੍ਰਕਾਸ਼ਮਾਨ ਹੈ। ਦੇਖੋ ਚੰਦਰਮਾ ਦੀ ਚਾਨਣੀ ਵਧੀਆ ਹੈ, ਸੂਰਜ ਦਾ ਚਾਨਣ ਵੀ ਵਧੀਆ ਹੈ। ਸੂਰਜ ਦਾ ਚਾਨਣ ਚੋਰਾਂ ਨੂੰ ਵਧੀਆ ਨਹੀਂ ਲੱਗਦਾ, ਇਸੇ ਤਰੀਕੇ ਨਾਲ ਚਕਵੇ ਚਕਵੀ ਨੂੰ ਚੰਦਰਮਾ ਦਾ ਚਾਨਣ ਵਧੀਆ ਨਹੀਂ ਲੱਗਦਾ। ਕੁਝ ਲੋਕ ਨੇ ਜਿਨ੍ਹਾਂ ਨੂੰ ਚਾਨਣ ਵਧੀਆ ਨਹੀਂ ਲੱਗਦਾ, ਗੁਰਮਤਿ ਦਾ ਪ੍ਰਕਾਸ਼ ਵਧੀਆ ਨਹੀਂ ਲੱਗਦਾ। ਚੈਤ ਸ਼ਾਦ ਬੇ ਮੂਰਖ ਮਾਨੀ, ਲਖ ਉਪਾਏ ਕੋ ਬੋਲਿਓ ਬਾਨੀ। ਇਹ ਸਤਿਗੁਰੂ ਜੀ ਦੀ ਇਸ ਵਡਿਆਈ ਨੂੰ ਲੁਕਾਉਣਾ ਚਾਹੁੰਦਾ ਸੀ। ਹੁਣ ਜਦੋਂ ਇਹਨੇ ਦੇਖਿਆ ਕਿ ਜ਼ਿਮੀਂਦਾਰ ਆਏ ਨੇ ਮੇਰੇ ਕੋਲ, ਮਜਬੂਰ ਨੇ, ਤੇ ਉਸ ਵੇਲੇ ਇਸਨੇ ਇਸ ਤਰ੍ਹਾਂ ਕਿਹਾ ਹੈ, ਓ ਖੈਰਿਓ ਤੁਮ ਜਾਨੋ ਕਾਰਨ, ਜਿਸ ਤੇ ਵਰਖਾ ਹੋਤ ਨ ਬਾਰਨ। ਉਹਨਾਂ ਨੂੰ ਜ਼ਿਮੀਂਦਾਰਾਂ ਨੂੰ ਸੰਬੋਧਨ ਕਰਕੇ ਕਹਿਣ ਲੱਗਾ ਕਿ ਖੈਰੇ ਜ਼ਿਮੀਂਦਾਰੋ, ਤੁਹਾਨੂੰ ਪਤਾ ਨਹੀਂ ਹੈ ਕਿ ਮੀਂਹ ਕਿਉਂ ਨਹੀਂ ਪੈਂਦਾ? ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ, ਤੁਹਾਡੇ ਪਿੰਡ ਵਿੱਚ ਵਰਖਾ ਨਾ ਹੋਣ ਦਾ ਕਾਰਨ ਇਹ ਹੈ, ਖਤਰੀ ਗ੍ਰਾਮ ਤੁਮਾਰੇ ਇਹ, ਜੋ ਅਪਰਾਧ ਕਰਤ ਹੀ ਰਹਿ। ਤੁਹਾਡੇ ਪਿੰਡ 'ਚ ਇੱਕ ਖੱਤਰੀ ਨਹੀਂ ਗੁਰੂ ਰਹਿੰਦਾ, ਜਿਹੜਾ ਨਿਤ ਅਪਰਾਧ ਕਰਦਾ ਹੈ ਤੁਹਾਡੇ ਨਗਰ ਵਿੱਚ ਰਹਿ ਕੇ। ਪੂਰਬ ਨਾਮ ਇਹ ਜਿਸ ਲੈਣਾ, ਅਬ ਅੰਗਦ ਹੀ ਤਿਸ ਕੋ ਕਹਿਣਾ। ਜਿਨ੍ਹਾਂ ਦਾ ਪਹਿਲਾ ਨਾਮ ਹੈ ਲੈਣਾ ਤੇ ਜਿਨ੍ਹਾਂ ਨੂੰ ਹੁਣ ਕਹਿੰਦੇ ਨੇ ਗੁਰੂ ਅੰਗਦ ਜੀ,
ਉਹ ਤੁਹਾਡੇ ਨਗਰ ਵਿੱਚ ਰਹਿੰਦੇ ਹਨ। ਨਾਮ ਆਨ ਆਪਨੋ ਤਰਵਾਇਓ ਕਿਤ ਕਿਤ ਤੇ ਨਰ ਹੈ ਸਮਦਾਇਓ। ਦੇਖੋ ਉਹਨੇ ਆਪਣਾ ਨਾਮ ਬਦਲਿਆ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਲੋਕੀ ਆਉਂਦੇ ਨੇ ਉਹਦੇ ਕੋਲ। ਦੇਖੈ ਮਸਤਕ ਹੋਤ ਅਨੀਤੀ ਨਹੀਂ ਸਾਧਪਨ ਗ੍ਰਹਸਤੀ ਰੀਤੀ। ਦੇਖੋ ਕਿੰਨੀ ਵੱਡੀ ਅਨੀਤੀ ਦਾ ਹੁੰਦਾ ਹੈ, ਗੈਰ ਮਰਜ਼ਾਦਗੀ ਦੀ ਗੱਲ, ਜਿਹਨੂੰ ਆਪਾਂ ਕਹਿ ਲਈਏ ਕਿ ਮਰਜ਼ਾਦਾ ਤੋਂ ਉਲਟ ਗੈਰ ਕੰਮ ਹੋ ਰਿਹਾ ਹੈ, ਗੈਰ ਕਾਨੂੰਨੀ ਕੰਮ ਤੁਹਾਡੇ ਪਿੰਡ 'ਚ ਹੋ ਰਿਹਾ। ਉਹ ਕਿਹੜਾ ਕਿ ਗ੍ਰਸਤੀ ਬੰਦਾ ਗੁਰੂ ਬਣਿਆ ਬੈਠਾ, ਗ੍ਰਸਤੀ ਨੂੰ ਮੱਥੇ ਟੇਕ ਰਹੇ ਨੇ। ਗ੍ਰਸਤੀ ਕਦੀ ਧਾਰਮਿਕ ਨਹੀਂ ਹੋ ਸਕਦਾ, ਇਹ ਕਹਿੰਦੇ ਗ੍ਰਸਤੀ ਕਦੀ ਧਾਰਮਿਕ ਨਹੀਂ ਹੋ ਸਕਦਾ। ਬਾਬਾ ਨਾਨਕ ਜੀ ਪ੍ਰਦੇਸ਼ਾਂ 'ਚ ਜਦੋਂ ਗਏ ਨਾ, ਫੇਰੀਆਂ ਤੇ ਪ੍ਰਚਾਰਕ ਦੌਰਿਆਂ ਤੇ, ਕਈ ਥਾਂ ਤੇ ਜੋਗੀ ਆਏ ਸਤਿਗੁਰੂ ਜੀ ਦੇ ਨਾਲ ਟੱਕਰ ਲੈਣ ਲਈ, ਆਪਣੀਆਂ ਕਰਾਮਾਤਾਂ ਰਾਹੀਂ ਆਪਣੀ ਗਿਆਨ ਚਰਚਾ ਦੇ ਰਹੇ, ਪਰ ਉਹਨਾਂ ਦੀ ਕਿਤੇ ਦਾਲ ਨਾ ਗਲੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀਆਂ ਉਦਾਸੀਆਂ ਤੋਂ ਵਿਹਲੇ ਹੋ ਕੇ ਫਿਰ ਬਾਬਾ ਆਇਆ ਕਰਤਾਰਪੁਰ। ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਸਤਿਗੁਰੂ ਜੀ ਨੇ ਉਦਾਸੀਆਂ ਵਾਲੇ ਕੱਪੜੇ ਤਿਆਗ ਦਿੱਤੇ। ਉਦਾਸੀਆਂ ਦੇ ਦੌਰਾਨ ਕੱਪੜੇ ਪਾਉਣ ਦਾ ਕਾਰਨ ਸੀ ਇੱਕ ਤੇ ਜਿਹੜੇ ਭਗਵੇ ਕੱਪੜੇ ਹੁੰਦੇ ਨਾ, ਮੈਲ ਖੋਰੇ ਜਿਹੇ ਹੁੰਦੇ ਨੇ, ਔਰ ਸਫ਼ਰ ਦੇ ਵਿੱਚ ਥੋੜ੍ਹੇ ਕੱਪੜੇ ਚਾਹੀਦੇ ਨੇ, ਬਹੁਤੇ ਕੱਪੜੇ ਚੁੱਕੇ ਨਹੀਂ ਜਾ ਸਕਦੇ। ਸਤਿਗੁਰੂ ਜੀ ਨੇ ਜਿੱਥੇ ਗਏ ਲੋੜ ਅਨੁਸਾਰ, ਰੁੱਤ ਅਨੁਸਾਰ, ਇਲਾਕੇ ਅਨੁਸਾਰ ਆਪਣੇ ਕੱਪੜੇ ਜਿਹੜੇ ਰੱਖੇ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਫਿਰ ਬਾਬਾ ਜੀ ਜਦੋਂ ਸੁਮੇਰ ਤੇ ਪਰਬਤ ਤੇ ਗਏ, ਸਤਿਗੁਰੂ ਜੀ ਨੇ ਚੰਮ ਦੇ ਕੱਪੜੇ ਵੀ ਉੱਥੋਂ ਦੀ ਠਾਣ ਅਨੁਸਾਰ ਪਾ ਲਏ। ਉਹ ਕੱਪੜਿਆਂ ਨਾਲ ਨਹੀਂ ਸਨ ਸਤਿਗੁਰੂ ਜੀ ਬੱਝੇ ਹੋਏ, ਜਾਂ ਕੱਪੜਿਆਂ ਕਰਕੇ ਸਤਿਗੁਰੂ ਜੀ ਦੀ ਵਡਿਆਈ ਨਹੀਂ ਸੀ। ਹੁਣ ਸਤਿਗੁਰੂ ਜੀ ਆ ਗਏ, ਖੇਤੀ ਕਰ ਰਹੇ ਨੇ, ਕਿਰਤ ਕਰ ਰਹੇ ਨੇ, ਗ੍ਰਸਤ 'ਚ ਨੇ। ਸਤਿਗੁਰੂ ਜੀ ਨੇ ਉਹ ਆਪਣੀਆਂ ਪ੍ਰਚਾਰਕ ਦੌਰਿਆਂ ਵਾਲੇ ਕੱਪੜੇ ਬਦਲ ਦਿੱਤੇ, ਸੰਸਾਰੀਆਂ ਵਾਲੇ, ਗ੍ਰਸਤੀਆਂ ਵਾਲੇ, ਕਿਰਤੀਆਂ ਵਾਲੇ ਕੱਪੜੇ ਪਾ ਲਏ। ਤੇ ਸਤਿਗੁਰੂ ਜੀ ਫਿਰ ਆਏ ਅਚਲ ਬਟਾਲੇ 'ਚ। ਅਚਲ ਬਟਾਲਾ, ਬਟਾਲੇ ਦੇ ਨੇੜੇ ਇੱਕ ਬਹੁਤ ਵੱਡਾ ਜੋਗੀਆਂ ਦਾ ਅੱਡਾ ਸੀ। ਸ਼ਿਵਰਾਤਰੀ ਨੂੰ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਸੀ। ਭਾਈ ਗੁਰਦਾਸ ਜੀ ਕਹਿੰਦੇ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ। ਹੁਣ ਇੱਥੇ ਜੋਗੀਆਂ ਨੇ ਸੋਚਿਆ ਕਿ ਬਾਬੇ ਨਾਨਕ ਜੀ ਦਾ ਇਲਾਕਾ ਹੈ, ਇੱਥੇ ਜੇ ਬਾਬਾ ਨਾਨਕ ਜੀ ਨੂੰ ਇੱਕ ਵਾਰ ਅਸੀਂ ਹਰਾ ਲਿਆ, ਆਪਣੇ ਅੱਗੇ ਝੁਕਾ ਲਿਆ, ਤੇ ਫਿਰ ਤੇ ਸਾਡੀ ਕੋਈ ਪੱਤ ਰਹਿ ਜਾਏਗੀ, ਫਿਰ ਸਾਡੀ ਕੋਈ ਸਾਖ ਰਹਿ ਜਾਏਗੀ। ਜੇ ਇੱਥੇ ਵੀ ਗੱਲ ਨਾ ਬਣੀ ਤੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਹੈ। ਜੋਗੀਆਂ ਨੇ ਇੱਥੇ ਬੜੀਆਂ ਕਰਾਮਾਤਾਂ ਦਿਖਾਈਆਂ, ਕੋਈ ਗੱਲ ਨਾ ਚੱਲੀ ਤੇ ਫਿਰ ਬੜੀਆਂ ਇਹਨਾਂ ਗਿਆਨ ਚਰਚਾ ਵੀ ਕੀਤੀ। ਗਿਆਨ ਚਰਚਾ ਕਰਦਿਆਂ ਇੱਕ ਜੋਗੀ ਨੇ ਸਤਿਗੁਰੂ ਜੀ ਤੇ ਸਵਾਲ ਕੀਤਾ ਕਿ ਤੁਸੀਂ ਨਾ ਆਪਣੇ ਪੈਰ ਸੰਸਾਰੀ ਕੱਪੜੇ ਪਾ ਕੇ ਨਾ, ਭੇਖ ਉਦਾਸੀ ਜਿਹੜਾ ਉਤਾਰ ਕੇ ਤੇ ਸੰਸਾਰੀਆਂ ਵਾਲੇ ਕੱਪੜੇ ਪਾ ਤੇ, ਇਹ ਤੇ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ, ਕੰਮ ਖਰਾਬ ਕਰ ਦਿੱਤਾ ਤੁਸੀਂ। ਤੇ ਬਾਬਾ ਨਾਨਕ ਸਾਹਿਬ ਜੀ ਨੇ ਇੱਕ ਗੱਲ ਕੀ, ਦਰਅਸਲ ਤੇਰੀ ਮੱਤ ਕੁਝ ਅਜੀ ਹੈ, ਤੈਨੂੰ ਪਤਾ ਹੀ ਨਹੀਂ ਹੈ ਕਿ ਅਸਲੀ ਦੁੱਧ 'ਚ ਕਾਂਜੀ ਕੀ ਹੈ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਉਹ ਧਾਰਮਿਕ ਲੋਗੋ ਜਿਹੜੇ ਤੁਸੀਂ ਕਹਿੰਦੇ ਅਸੀਂ ਤਿਆਗੀ ਤੇ ਧਰਮ ਤੇ ਸਾਡਾ ਹੀ ਹੱਕ ਹੈ, ਸਾਡੇ ਸਮਾਜ ਨੂੰ ਕਿੰਨੀ ਚਤਰਾਈ ਨਾਲ ਵੰਡਿਆ ਹੋਇਆ ਸੀ। ਇਹ ਧਰਮ ਦਾ ਅਧਿਕਾਰ ਤਾਂ ਕੁਝ ਲੋਕਾਂ ਦਾ ਹੀ ਹੈ, ਗ੍ਰਸਤੀ ਬੰਦਾ ਤੇ ਪਾਠ ਪੂਜਾ ਵੀ ਨਹੀਂ ਕਰ ਸਕਦਾ। ਉਹ ਤੇ ਕੋਈ, ਹਾਂ ਇਹ ਧਾਰਮਿਕ ਲੋਕ ਉਹਨਾਂ ਦੀ ਕਮਾਈ ਨੂੰ ਲੁੱਟ ਸਕਦੇ ਨੇ ਧਰਮ ਦੇ ਨਾਂ ਤੇ, ਉਹਨਾਂ ਦੀ ਕਮਾਈ ਪਵਿੱਤਰ ਹੈ, ਉਹਨਾਂ ਦੀ ਕਮਾਈ ਨਾਲ ਇਹਨਾਂ ਦਾ ਕੰਮ ਕਰ ਚੱਲ ਸਕਦਾ, ਪਰ ਇਹਨਾਂ ਨੂੰ ਧਰਮ ਕਮਾਉਣ ਦਾ ਅਧਿਕਾਰ ਹੀ ਕੋਈ ਨਹੀਂ। ਕਿਸੇ ਨੂੰ ਕਿਹਾ ਇਹ ਇਕੱਲਾ ਤਲਵਾਰ ਚਲਾ ਸਕਦਾ, ਹੋਰ ਕੋਈ ਤਲਵਾਰ ਨਹੀਂ ਚਲਾ ਸਕਦਾ। ਕਿਸੇ ਨੂੰ ਕਹਿਤਾ ਇਹਦਾ ਕੰਮ ਕਿਰਤੀ ਕਰੀ ਜਾਏ, ਕੰਮ ਕਰੀ ਜਾਏ, ਕਿਸੇ ਨੂੰ ਨੀਵੇਂ ਕੰਮ ਕਰ ਦਿੱਤੇ। ਗੁਰਮਤਿ ਨੇ ਇਸੇ ਅਨਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਸਤਿਗੁਰੂ ਜੀ ਨੇ ਇੱਕ ਬੜੀ ਪਿਆਰੀ ਗੱਲ ਕੀ, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇੱਕ ਪਵਿੱਤਰ ਸ਼ਲੋਕ ਹੈ, ਆਸਾ ਕੀ ਵਾਰ ਵਿੱਚ ਆਪਾਂ ਸਰਵਣ ਕਰਦੇ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸ਼ੂਦਰ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਕਿਰਤ ਹੈ ਸਭ ਸ਼ਬਦੰ ਏਕ ਸ਼ਬਦੰ ਜੇ ਕੋਈ ਜਾਣਸ ਭਿਓ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਸਤਿਗੁਰੂ ਜੀ ਕਹਿੰਦੇ ਕਿ ਜੋਗੀ ਕਹਿੰਦੇ ਨੇ ਕਿ ਗਿਆਨ ਪ੍ਰਾਪਤ ਕਰਨਾ ਹੀ ਸਾਡਾ ਧਰਮ ਹੈ, ਬ੍ਰਾਹਮਣ ਕਹਿੰਦਾ ਹੈ ਕਿ ਧਰਮ ਗ੍ਰੰਥ ਪੜ੍ਹਨਾ ਹੀ ਸਾਡਾ ਧਰਮ ਹੈ, ਦਾਨ ਪੁੰਨ ਲੈਣਾ ਹੀ ਸਾਡਾ ਧਰਮ ਹੈ। ਖੱਤਰੀ ਨੂੰ ਕਿਹਾ ਗਿਆ ਤੂੰ ਸੂਰਮ ਗਤੀ ਦੇ ਕੰਮ ਕਰ, ਬਾਰਡਰਾਂ ਤੇ ਲੜੀ ਜਾ, ਮਰੀ ਜਾ, ਮਾਰੀ ਜਾ, ਇਹੀ ਤੇਰਾ ਧਰਮ ਹੈ। ਤੇ ਜਿਹਨੂੰ ਅਖੌਤੀ ਤੌਰ ਤੇ ਸ਼ੂਦਰ ਕਿਹਾ ਉਹਨੂੰ ਕਿਹਾ ਬਸ ਲੋਕਾਂ ਦੀਆਂ ਬੁੱਤੀਆਂ ਕਰੀ ਜਾ। ਸਤਿਗੁਰੂ ਜੀ ਕਹਿਣਗੇ ਸਰਬ ਸ਼ਬਦੰ ਏਕ ਸ਼ਬਦੰ ਜੇ ਕੋਈ ਜਾਣਸ ਪਿਓ। ਜਿਹੜਾ ਮਨੁੱਖ ਇਹ ਗੱਲ ਸਮਝੇ ਕਿ ਸਮੁੱਚੀ ਦੁਨੀਆ ਦਾ ਇੱਕੋ ਹੀ ਧਰਮ ਹੈ, ਹਰ ਕੋਈ ਮਨੁੱਖ ਕਿਰਪਾਨ ਵੀ ਚਲਾ ਸਕਦਾ ਹੈ, ਹਰ ਕੋਈ ਮਨੁੱਖ ਭਗਤੀ ਵੀ ਕਰ ਸਕਦਾ ਹੈ, ਹਰ ਕੋਈ ਮਨੁੱਖ ਜਿਹੜਾ ਸੇਵਾ ਵੀ ਕਰ ਸਕਦਾ ਹੈ, ਹਰ ਕੰਮ ਕਰ ਸਕਦਾ ਹੈ। ਇਹ ਨਹੀਂ ਕਿ ਕੋਈ ਮੇਰਾ ਕੰਮ ਆ ਕੇ ਕਰੇ। ਜਿਹੜਾ ਇਸ ਧਰਮ ਨੂੰ ਸਮਝ ਲੇ ਨਾਨਕ ਉਹਦਾ ਦਾਸ ਬਣ ਜਾਏਗਾ। ਔਰ ਗੁਰਮਤਿ ਨੇ ਇਹੋ ਜਿਹੇ ਯੋਧੇ ਪੈਦਾ ਕੀਤੇ। ਕੱਲ ਪਰਸੋਂ ਵੀ ਮੈਂ ਬੇਨਤੀ ਕੀਤੀ ਸੀ ਕਿ ਕਿਹੋ ਜਿਹਾ ਇੱਕ ਸਿੱਖ ਦਾ ਕਿਰਦਾਰ ਬਣਾ ਦਿੱਤਾ
ਇੱਕ ਬੰਨੇ ਭਾਈ ਗੁਰਦਾਸ ਜੀ ਵਰਗੇ ਵਿਦਵਾਨ ਪ੍ਰਚਾਰਕ, ਲੋੜ ਪਈ ਤੇ ਸਤਿਗੁਰੂ ਜੀ ਨੇ ਘੋੜਿਆਂ ਦਾ ਵਪਾਰ ਕਰਨ ਲਈ ਤੋਰ ਦਿੱਤਾ। ਬਾਬਾ ਬਿਧੀ ਚੰਦ ਜੀ ਵਰਗੇ ਬਹਾਦਰ ਸੂਰਮੇ ਜਰਨੈਲ, ਜਿਹੜੇ ਮੁਗਲਾਂ ਦੀਆਂ ਫੌਜਾਂ ਦੇ ਨਾਲ ਇੰਨੀਆਂ ਵੱਡੀਆਂ ਟੱਕਰਾਂ ਲਈਆਂ, ਲੋੜ ਪਈ ਤੇ ਸਿੱਖੀ ਦੇ ਪ੍ਰਚਾਰ ਲਈ ਉਹਨਾਂ ਨੂੰ ਤੋਰ ਦਿੱਤਾ। ਗੁਰੂ ਕੇ ਭੱਟ, ਜਿਨ੍ਹਾਂ ਨੇ ਗੁਰੂ ਕੀ ਕੀਰਤੀ ਕੀਤੀ ਹੈ, ਗੁਰਬਾਣੀ ਦੇ ਅੰਦਰ ਭੱਟ ਕੀਰਤ ਹੈ, ਭੱਟ ਮਥਰਾ ਜੀ ਨੇ, ਲੋੜ ਪਈ ਤੇ ਮੈਦਾਨੀ ਜੰਗ 'ਚੋਂ ਸ਼ਹਾਦਤਾਂ ਨੂੰ ਪ੍ਰਾਪਤ ਹੋ ਗਏ। ਇਹ ਹੈ ਸਿੱਖੀ ਦਾ ਕਿਰਦਾਰ। ਸਿੱਖ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੇ ਪਿਆਰ ਜੁੜਦਾ, ਉਹ ਸੰਤ ਹੈ। ਸਿੱਖ ਜਦੋਂ ਕਿਰਤ ਕਰਦਾ ਹੈ ਨਾ, ਉਹ ਉਸ ਵੇਲੇ ਸੇਵਾਦਾਰ ਬਣ ਕੇ ਕਿਰਤ ਕਰਦਾ ਹੈ, ਮੈਦਾਨੀ ਜੰਗ 'ਚੋਂ ਸਿਪਾਹੀ ਬਣ ਕੇ ਵਿਚਰਦਾ। ਇਹ ਨਹੀਂ ਕਿ ਸਾਡੀ ਰੱਖਿਆ ਕਰਨ ਲਈ ਕੋਈ ਹੋਰ ਹੀ ਹੁਣ ਆਵੇ। ਇਹੀ ਤਾਂ ਪੁਰਾਣਾ ਸਮਾਜ ਸੀ ਕਿ ਲੋਕੀ ਜੇ ਲੁੱਟਣ ਲਈ ਕੁੱਟਣ ਲਈ ਆ ਗਏ ਨੇ ਤੇ ਹੁਣ ਆਸ ਰੱਖੋ ਕੋਈ ਸਾਨੂੰ ਆ ਕੇ ਬਚਾਏ, ਕੋਈ ਆਕਾਸ਼ ਤੋਂ ਕਰਾਮਾਤ ਹੋਈ ਸਾਨੂੰ ਬਚਾਏ। ਕੋਈ ਕਰਾਮਾਤ ਨਹੀਂ ਹੋਣੀ ਆਕਾਸ਼ ਤੋਂ ਤੁਹਾਨੂੰ ਬਚਾਉਣ ਦੇ ਲਈ। ਕਰਾਮਾਤ ਮਨੁੱਖ ਦੇ ਅੰਦਰ ਹੈ। ਉਹ ਕਰਾਮਾਤ ਗੁਰਮਤ ਨੇ ਪੈਦਾ ਕੀਤੀ, ਸੂਰਮਗਤੀ ਪੈਦਾ ਕੀਤੀ। ਧਰਮ ਮਨੁੱਖ ਦੇ ਸਵੈਮਾਨ ਨੂੰ ਖਤਮ ਨਹੀਂ ਕਰਦਾ। ਜਿਹੜਾ ਮਨੁੱਖ ਦੇ ਅੰਦਰੋਂ ਗੈਰਤ ਖਤਮ ਕਰੇ, ਜਿਹੜਾ ਮਨੁੱਖ ਦੀ ਗੌਰਵਤਾ ਨੂੰ ਖਤਮ ਕਰੇ, ਉਹ ਧਰਮ ਹੋ ਹੀ ਨਹੀਂ ਸਕਦਾ। ਬਾਬਾ ਨਾਨਕ ਜੀ ਨੇ ਗੱਜ ਕੇ ਗੱਲ ਕੀ, ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਿਨੇਊ। ਜੇ ਤੁਸੀਂ ਰੱਬ ਦੀ ਪੂਜਾ ਕਰਦੇ, ਤੁਹਾਡਾ ਸਵੈਮਾਨ ਹੀ ਨਹੀਂ ਹੈ, ਤੁਹਾਡੇ 'ਚ ਗੈਰਤ ਹੀ ਨਹੀਂ, ਤੇ ਪੂਜਾ ਦਾ ਅਰਥ ਹੀ ਕੀ ਹੈ? ਕੋਈ ਤੁਹਾਡੇ 'ਤੇ ਹਮਲਾ ਕਰਕੇ ਤੁਸੀਂ ਹੱਥ ਜੋੜ ਕੇ ਖੜੋ ਜੀ ਮੈਂ ਗਰੀਬ ਜੋ ਮਰਜ਼ੀ ਕਰ ਲੈ, ਇਹ ਕੋਈ ਧਰਮ ਨਹੀਂ ਹੈ। ਧਰਮ ਸਵੈਮਾਨ ਨਾਲ ਜਿਉਣ ਦੀ ਗੱਲ ਕਰਦਾ ਹੈ। ਧਰਮ ਸਾਨੂੰ ਨਿਰਭਉ ਪ੍ਰਮਾਤਮਾ ਦੇ ਪਿਆਰ ਜੁੜ ਕੇ ਨਿਰਭਉ ਬਣਨ ਦੀ ਪ੍ਰੇਰਣਾ ਕਰਦਾ ਹੈ। ਨਾ ਡਰੋ ਤੇ ਨਾ ਕਿਸੇ ਕੋਲੋਂ ਡਰਾਓ। ਕਿਸੇ ਨੂੰ ਡਰਾਉਣਾ ਵੀ ਮਾੜੀ ਗੱਲ ਹੈ, ਪਰ ਡਰ ਡਰ ਕੇ ਜਿਉਣਾ ਉਸ ਤੋਂ ਜ਼ਿਆਦਾ ਮਾੜੀ ਗੱਲ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੋਕਾਂ ਦੇ ਡਰ ਕੱਟੇ, ਲੋਕਾਂ ਨੂੰ ਗਿਆਨ ਦਿੱਤਾ। ਪਰ ਇਹ ਜਿਹੜੇ ਲੋਕ ਸਨ, ਲੋਕਾਂ ਨੂੰ ਡਰਾ ਕੇ ਮੱਥੇ ਟਿਕਾਉਂਦੇ ਸਨ। ਗੁਰੂ ਸਾਹਿਬ ਜੀ ਨੇ ਕਦੀ ਕਿਸੇ ਨੂੰ ਡਰਾ ਕੇ ਮੱਥਾ ਨਹੀਂ ਟਿਕਾਇਆ, ਡਰਾ ਕੇ ਧਰਮ ਨਾਲ ਨਹੀਂ ਜੋੜਿਆ। ਧਰਮ ਨਾਲ ਜੋੜਨ ਦੇ ਦੋ ਤਰੀਕੇ ਦੁਨੀਆ 'ਚ ਪ੍ਰਚਲਿਤ ਨੇ। ਇੱਕ ਤਰੀਕਾ ਹੈ ਲਾਲਚ ਦਿਓ ਕਿ ਉੱਥੇ ਜਾਓਗੇ ਤੁਹਾਡੀ ਕਾਮਨਾ, ਜਿਵੇਂ ਅੱਜ ਕੱਲ੍ਹ ਨਹੀਂ ਅਸੀਂ ਕਹਿੰਦੇ ਫਲਾਣੇ ਗੁਰਦੁਆਰੇ ਜਾਓ ਤੁਹਾਡੀ ਕਾਮਨਾ ਪੂਰੀ ਹੋਏਗੀ, ਇਹ ਲਾਲਚ ਹੈ। ਲਾਲਚ ਕਦੀ ਧਰਮ ਨਹੀਂ ਹੋ ਸਕਦਾ। ਜਿੰਨੇ ਮਰਜ਼ੀ ਚਿੱਟੇ ਕੱਪੜੇ ਪਾ ਕੇ ਮੈਂ ਪਾਠ ਕਰੀ ਜਾਵਾਂ, ਕਦੀ ਧਰਮ ਨਹੀਂ ਹੋ ਸਕਦਾ ਜੇ ਲਾਲਚ ਲੈ ਕੇ ਮੈਂ ਕੰਮ ਕਰ ਰਿਹਾ ਹਾਂ। ਕਹਿਣਾ ਜੀ ਫਲਾਣੇ ਥਾਂ ਇੰਨੇ ਦਿਨ ਜਾਓ ਕਾਮਨਾ ਪੂਰੀ ਹੋ ਜਾਏਗੀ, ਫਲਾਣੇ ਥਾਂ ਦੀ ਇੰਨੀਆਂ ਮੱਸਿਆ ਨਾਲੋ ਕਾਮਨਾ ਪੂਰੀ ਹੋ ਜਾਏਗੀ। ਲਾਲਚ ਦੇ ਕੇ ਲੋਕਾਂ ਨੂੰ ਜੋੜਨਾ, ਇਕੱਠੇ ਕਰਨਾ, ਇਹ ਧਰਮ ਨਹੀਂ ਹੈ। ਇੱਕ ਤਰੀਕਾ ਹੈ ਲਾਲਚ ਦੇ ਕੇ ਕਿਸੇ ਨੂੰ ਜੋੜਨਾ, ਇੱਕ ਤਰੀਕਾ ਹੈ ਡਰਾ ਕੇ ਕਿਸੇ ਨੂੰ ਜੋੜਨਾ। ਕੋਈ ਕਰਾਮਾਤ ਰਾਹੀਂ ਡਰਾਏ ਕਿ ਫਲਾਣੇ ਥਾਂ ਤੇ ਨਾ ਗਏ, ਕਾਰੋਬਾਰ ਦਾ ਨੁਕਸਾਨ ਹੋ ਜਾਏਗਾ, ਮਾਲ ਡੰਗਰ ਦਾ ਨੁਕਸਾਨ ਹੋ ਜਾਏਗਾ। ਬਹੁਤ ਹੀ ਦੁਨੀਆ ਵਿਚਾਰੀ ਡਰਦੀ ਮੱਥੇ ਟੇਕੀ ਜਾਂਦੀ, ਉਹਨਾਂ ਨੂੰ ਪਤਾ ਹੀ ਕੁਝ ਨਹੀਂ, ਡਰਦੀ ਹੀ ਸਹੀ। ਜਿੱਥੇ ਜਾਂਦੇ ਬੰਦਾ ਦੂਰੋਂ ਹੀ ਸਿਰ ਝੁਕਾ ਦਿੰਦਾ, ਦੂਰੋਂ ਹੀ, ਅੱਗੇ ਪਤਾ ਨਾ ਹੋਏ ਕੀ ਹੈ, ਇੱਟਾਂ ਨੂੰ ਮੱਥੇ ਟੇਕੀ ਜਾਂਦਾ ਬੰਦਾ ਡਰਦਾ। ਮਨੁੱਖ ਅੰਦਰੋਂ ਡਰਾਇਆ ਹੋਇਆ, ਇਹਦੇ ਅੰਦਰ ਇੰਨਾ ਕੁ ਸਹਿਮ ਭਰ ਦਿੱਤਾ ਗਿਆ ਹੈ। ਇਹ ਸਗਲ ਸਿੱਧ ਦਾ ਰਾਜਾ ਜਿਹੜਾ ਹੈ ਨਾ, ਐਨ ਇੰਨਾ ਬੁਝਦਲ ਹੋ ਕੇ ਜੋ ਰਿਹਾ। ਕੋਈ ਪੰਛੀ ਡਰਦਾ ਨਹੀਂ ਹੈ, ਕੋਈ ਪਸ਼ੂ ਡਰਦਾ ਨਹੀਂ ਹੈ, ਪਰ ਮਨੁੱਖ ਸਭ ਤੋਂ ਜ਼ਿਆਦਾ ਡਰਦਾ ਹੈ। ਉਹਨੂੰ ਡਰਾਇਆ ਧਾਰਮਿਕ ਲੋਕਾਂ ਨੇ, ਦਰਸ ਹੋਰ ਕਿਸੇ ਨੇ ਨਹੀਂ ਡਰਾਇਆ। ਗੁਰਮਤਿ ਨੇ ਕਿਤੇ ਲਾਲਚ ਨਹੀਂ ਦਿੱਤਾ ਮੇਰੇ ਕੋ ਆਓਗੇ ਤੇ ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ। ਗੁਰਮਤਿ ਨੇ ਕਿਤੇ ਲਾਲਚ ਨਹੀਂ ਦਿੱਤਾ ਕਿ ਤੁਸੀਂ ਨਹੀਂ ਆਓਗੇ ਤੁਹਾਡਾ ਨੁਕਸਾਨ ਹੋਏਗਾ। ਗੁਰਮਤਿ ਨੇ ਗਿਆਨ ਦਿੱਤਾ ਹੈ ਕਿ ਪਰਮਾਤਮਾ ਦੇ ਪਿਆਰ ਜੁੜੋ, ਤੁਹਾਨੂੰ ਸਭ ਕੁਝ ਪ੍ਰਾਪਤ ਹੋਏਗਾ। ਪਰਮਾਤਮਾ ਹੋ ਤੁਸੀਂ, ਪਰਮਾਤਮਾ ਦੇ ਪਿਆਰ ਜੁੜ ਕੇ ਤੁਸੀਂ ਜ਼ਿੰਦਗੀ ਜੋ ਮੰਗੇ ਸੋਈ ਸੋਈ ਪਾਵੇਂ, ਸਿਵ ਹਰ ਕੇ ਚਰਨ ਰਸਾਇਣ। ਸਤਿਗੁਰੂ ਜੀ ਨੇ ਆਪਣੇ ਕੋਲ ਨਹੀਂ ਆਉਣ ਦੀ ਗੱਲ ਕੀ, ਆਪਣੇ ਨਾਲ ਨਹੀਂ ਜੋੜਿਆ। ਗੁਰੂ ਕੋਲ ਜੇ ਅਸੀਂ ਆਉਂਦੇ ਹਾਂ ਤੇ ਗਿਆਨ ਪ੍ਰਾਪਤ ਕਰਨ ਲਈ ਆਉਂਦੇ ਹਾਂ, ਸਿਰਫ ਗਿਆਨ ਪ੍ਰਾਪਤ ਕਰਨ ਲਈ। ਇਸ ਲਈ ਨਹੀਂ ਕਿ ਇੰਨੇ ਦਿਨ ਮੱਥਾ ਟੇਕਾਂਗੇ ਸਾਡੀ ਇਹ ਕਾਮਨਾ ਪੂਰੀ ਹੋ ਜਾਏਗੀ। ਗੁਰਬਾਣੀ ਨੇ ਬੜੀ ਇੱਕ ਸਪਸ਼ਟ ਗੱਲ ਕਹੀ ਹੈ, ਜਿਹੜਾ ਗੁਰੂ ਕੋਲ ਆ ਕੇ ਗੁਰੂ ਦੀ ਗੱਲ ਸੁਣਦਾ ਨਹੀਂ, ਸਮਝਦਾ ਨਹੀਂ, ਉਹਦੇ ਤੇ ਚੱਲਦਾ ਨਹੀਂ, ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜਾਓ, ਭਾਵੇਂ ਦਿਨ 'ਚ 100 ਵਾਰੀ ਕਿਉਂ ਨਾ ਮੱਥਾ ਟੇਕ ਜਾਏ, ਉਹਨੂੰ ਸੁੱਖ ਨਹੀਂ ਮਿਲਣਾ ਜੇ ਗੁਰੂ ਦੀ ਗੱਲ ਹੀ ਨਹੀਂ ਸਮਝੀ ਤਾਂ। ਗੁਰਮਤਿ ਇਹ ਗੱਲ ਕਹਿੰਦੀ, ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਹੁਣ ਸਤਿਗੁਰੂ ਜੀ ਤੇ ਗਿਆਨ ਦਿੰਦੇ ਨੇ ਲੋਕਾਂ ਨੂੰ, ਕਿਤੇ ਡਰਾਉਂਦੇ ਨਹੀਂ ਹੈ। ਪਰ ਇਹ ਲੋਕੀ ਜਿਹੜੇ ਨੇ, ਇਹਨਾਂ ਨੂੰ ਡਰ ਹੈ ਕਿ ਜੇ ਦੁਨੀਆ ਜਾਗਰੂਕ ਹੋ ਗਈ ਤੇ ਸਾਡੇ ਪਾਜ ਖੁੱਲਣੇ ਸ਼ੁਰੂ ਹੋ ਜਾਂਦੇ ਨੇ, ਸਾਡੇ ਵੱਲ ਲੋਕਾਂ ਦਾ ਜਿਹੜਾ ਨਾ ਝੁਕਾਅ ਘਟ ਜਾਏਗਾ। ਕਰੇ ਪੁਜਾਵਨ ਲੋਕਨ ਪਾਸ, ਬੈਠੇ ਗੁਰਤਾ ਧਰੈ ਪ੍ਰਕਾਸ਼। ਕਹਿੰਦਾ ਜੀ ਤੁਹਾਡੇ ਪਿੰਡ 'ਚ ਇੱਕ ਗ੍ਰਸਤੀ ਬੰਦਾ ਜਿਹੜਾ ਪੂਜਾ ਕਰਾ ਰਿਹਾ ਆਪਣੀ, ਗ੍ਰਸਤੀ ਨੂੰ ਮੱਥਾ ਟੇਕਣਾ ਕਹਿੰਦੇ ਜੀ ਗੁਨਾਹ ਹੈ। ਹੁਣ ਗ੍ਰਸਤ ਵਿੱਚ ਬਹੁਤ ਉਹ ਲੋਕ ਨੇ ਜਿਹੜੇ ਬੜੇ ਉੱਚੀ ਅਵਸਥਾ ਵਾਲੇ ਨੇ। ਗੁਰਮਤਿ ਨੇ ਤੇ ਰਾਜੇ ਜੋਗੀ ਪੈਦਾ ਕੀਤੇ ਨੇ, ਗੁਰਮੁਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਸਾਡੇ ਸਤਿਗੁਰੂ ਸਾਹਿਬ ਜੀ ਗ੍ਰਸਤੀ ਸਨ, ਬੇਅੰਤ ਗੁਰੂ ਕੇ ਸਿੱਖ ਮਹਾਨ ਸ਼ਹੀਦ ਗ੍ਰਸਤੀ ਨੇ,
ਇਸ ਕਰਕੇ ਧਰਮ ਦਾ ਸੰਬੰਧ ਗ੍ਰਸਤੀ ਹੋਣ ਜਾਂ ਨਾ ਹੋਣ ਨਾਲ ਨਹੀਂ ਹੈ। ਧਰਮ ਦਾ ਸੰਬੰਧ ਤੇ ਤੁਹਾਡੇ ਕਿਰਦਾਰ ਨਾਲ ਹੈ ਕਿ ਤੁਹਾਡਾ ਕਰੈਕਟਰ ਕਿਹੋ ਜਿਹਾ ਹੈ। ਤੁਸੀਂ ਇਮਾਨਦਾਰ ਕਿੰਨੇ ਹੋ, ਤੁਸੀਂ ਸੱਚੀ ਸੁੱਚੀ ਕਿਰਤ ਕਿੰਨੀ ਕੁ ਕਰਦੇ ਹੋ, ਤੁਸੀਂ ਸੱਚ ਦੇ ਮਾਰਗ ਤੇ ਕਿੰਨਾ ਕੁ ਚੱਲਦੇ ਹੋ, ਜਾਂ ਤੁਸੀਂ ਮਨੁੱਖਤਾ ਦੇ ਭਲੇ ਦੀ ਗੱਲ ਕਿੰਨੀ ਕੁ ਕਰਦੇ ਹੋ, ਤੁਸੀਂ ਸਮਾਜ ਦੇ ਭਲੇ ਦੀ ਗੱਲ ਕਿੰਨੀ ਕੁ। ਇਹ ਹੈ ਧਰਮ ਦੀ ਗੱਲ ਜਿਹੜੀ ਹੈ। ਪਰ ਇਹ ਕਹਿ ਰਿਹਾ ਕਿ ਤੁਹਾਡੇ ਪਿੰਡ ਦੇ ਵਿੱਚ ਗੁਨਾਹ ਹੋ ਰਿਹਾ, ਇੱਕ ਗ੍ਰਸਤੀ ਗੁਰੂ ਨੂੰ ਮੱਥੇ ਤੁਸੀਂ ਟੇਕਦੇ ਹੋ, ਇੱਥੇ ਦੁਨੀਆ ਬਾਹਰੋਂ ਚੱਲ ਕੇ ਆਉਂਦੀ ਹੈ, ਤੁਹਾਡੇ ਪਿੰਡ 'ਚ ਸਾਰਾ ਕੰਮ ਚੱਲ ਰਿਹਾ ਹੈ। ਜੇ ਅਸ ਪਦਵੀ ਚਾਹਤ ਸੋਏ, ਪਟਕ ਖਾਏ ਸਾਧੂ ਸਮ ਹੋਏ। ਜੇ ਉਹਨਾਂ ਨੂੰ ਮੱਥੇ ਟਿਕਾਉਣ ਦਾ ਚਾਹ ਹੀ ਹੈ ਤੇ ਉਹ ਸਾਧੂ ਬਣ ਜਾਏ, ਸਾਡੇ ਵਾਂਗੂ ਮਲੰਗ ਜਿਹਾ ਬਣ ਕੇ ਘਰ ਬਾਹਰ ਛੱਡ ਕੇ ਬਾਹਰ ਚਲਿਆ ਜਾਏ। ਨਿਜ ਕੁਟੰਬ ਤੇ ਹੋਏ ਨਿਰਾਲਾ, ਲੈ ਅਲੰਬ ਕੈ ਪੰਥ ਵਿਸਾਲਾ। ਆਪਣੇ ਪਰਿਵਾਰ ਤੋਂ ਵੱਖਰਾ ਹੋ ਜਾਏ ਔਰ ਵੱਖਰਾ ਆਪਣਾ ਪੰਥ ਚਲਾ ਲੇ ਜਿੱਦਾਂ ਦਾ ਚਲਾਉਣਾ ਹੈ। ਕਰੇ ਪੁਜਾਵਨ ਪੁਨ ਸਭ ਮਾਹੇ, ਤੋ ਵਿਪਰੀਤ ਨਹੀਂ ਹੋਏ ਤਾਹੇ। ਉਹ ਗ੍ਰਸਤ ਨੂੰ ਛੱਡ ਕੇ, ਆਪਣੇ ਪਰਿਵਾਰ ਨੂੰ ਛੱਡ ਕੇ ਫਿਰ ਪੂਜਾ ਕਰਾਏ ਤੇ ਫਿਰ ਤੇ ਕੋਈ ਗਲਤ ਗੱਲ ਨਹੀਂ ਹੈ। ਪਰ ਉਹ ਗ੍ਰਸਤੀ ਹੋ ਕੇ ਪੂਜਾ ਕਰਾ ਰਿਹਾ, ਇਹ ਤੁਹਾਡੇ ਪਿੰਡ 'ਚ ਗੁਨਾਹ ਹੋ ਰਿਹਾ ਹੈ। ਪੁੱਤਰ ਭਾਰ ਜਾ ਮੈਂ ਇਹ ਰਹਿ, ਕਥਮ ਪੁਜਾਵਨ ਨਰ ਤੇ ਲਹਿ। ਦੇਖੋ ਘਰ ਦੇ ਵਿੱਚ ਰਹਿੰਦਾ ਹੈ, ਪਰਿਵਾਰ ਦੇ ਵਿੱਚ ਰਹਿੰਦਾ ਹੈ ਤੇ ਫਿਰ ਆਪਣੀ ਪੂਜਾ ਕਰਾਉਂਦਾ ਹੈ। ਤੁਹਾਡੇ ਪਿੰਡ 'ਚ ਮੀਂਹ ਨਾ ਪੈਣ ਦਾ ਕਾਰਨ ਇਹ ਹੈ, ਜਿਵੇਂ ਜੋਗੀ ਇਹਨਾਂ ਲੋਕਾਂ ਨੂੰ ਗੁੰਮਰਾਹ ਕਰੇਗਾ ਔਰ ਇਹ ਲੋਕੀ ਜੋਗੀ ਦੇ ਕਹਿਣ ਤੇ ਸਤਿਗੁਰੂ ਜੀ ਦੇ ਵਿਰੁੱਧ ਹੋ ਜਾਣਗੇ। ਇਹ ਵਾਰਤਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਬੜੇ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣੋ। ਪਿਆਰ ਸਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।